ਸਤਿ ਸ਼੍ਰੀ ਅਕਾਲ ਜੀ। ਦਾ ਖਾਲਸ ਟੀਵੀ ਦੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ 3 ਸਤੰਬਰ ਹੈ ਤੇ ਦਿਨ ਸ਼ੁੱਕਰਵਾਰ ਹੈ। ਅੱਜ ਦੇ ਦਿਨ ਦੀਆਂ ਅਹਿਮ ਤੇ ਵੱਡੀਆਂ ਖਬਰਾਂ ਤੁਹਾਨੂੰ ਵਿਸਥਾਰ ਦੇ ਵਿੱਚ ਦੱਸਾਂਗੇ, ਪਰ ਉਸ ਤੋਂ ਪਹਿਲਾਂ ਖਾਸ ਖਬਰਾਂ ਤੁਹਾਨੂੰ ਦੱਸ ਦਿੰਦੇ ਹਾਂ। ਅੱਜ 3 ਸਤੰਬਰ ਹੈ ਤੇ ਅੱਜ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਵੀ ਸੱਦਿਆ ਗਿਆ ਹੈ। ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਸੈਸ਼ਨ ਬੁਲਾਇਆ ਗਿਆ। ਡਾਕਟਰ ਮਨਮੋਹਨ ਸਿੰਘ ਨੂੰ ਵੀ ਸੱਦਾ ਭੇਜਿਆ ਗਿਆ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰਨਾਲ ਵਿੱਚ ਕਿਸਾਨਾਂ ਤੇ ਹੋਏ ਲਾਠੀ ਚਾਰਜ ਦੇ ਲਈ ਖੱਟਰ ਨੂੰ ਜਿੱਥੇ ਲਾਹਨਤਾਂ ਪਾ ਰਹੇ ਸੀ ਤੇ ਹੁਣ ਉਹ ਕੀ ਕਰਨਗੇ, ਕਿਉਂਕਿ ਉਹਨਾਂ ਦੇ ਹੀ ਆਪਣੇ ਸੂਬੇ ਪੰਜਾਬ ਦੇ ਜ਼ਿਲ੍ਹਾ ਮੋਗਾ ਦੇ ਵਿੱਚ ਕੱਲ ਕਿਸਾਨਾਂ ਤੇ ਲਾਠੀ ਚਾਰਜ ਹੋਇਆ ਹੈ। ਪੁਲਿਸ ਨੇ ਹਮਲਾ ਜਿਹੜਾ ਸ਼ੁਰੂ ਕੀਤਾ ਕਿਸਾਨਾਂ ਦੇ ਉੱਤੇ, ਉਸ ਤੋਂ ਬਾਅਦ ਕਿਸਾਨਾਂ ਨੇ ਵੀ ਦੋ ਹੱਥ ਕੀਤੇ ਨੇ। ਮੋਗਾ ਦੇ ਵਿੱਚ ਸੁਖਬੀਰ ਬਾਦਲ ਦੀ ਰੈਲੀ ਸੀਗੀ। ਸੁਖਬੀਰ ਬਾਦਲ 100 ਦਿਨਾਂ ਚੇਤਨਾ ਯਾਤਰਾ ਦੇ ਤਹਿਤ ਉੱਥੇ ਪਹੁੰਚੇ ਸੀ ਤੇ ਪਹੁੰਚਣ ਤੋਂ ਪਹਿਲਾਂ ਹੀ ਇਹ ਸਾਰਾ ਕੁਝ ਵਾਪਰਿਆ ਹੈ। ਹੁਣ ਕੈਪਟਨ ਸਾਹਿਬ ਕੀ ਕਰਨਗੇ? ਕਿਸਾਨਾਂ ਦੇ ਵਿੱਚ ਇਸ ਲਾਠੀ ਚਾਰਜ ਤੋਂ ਬਾਅਦ ਰੋਹ ਹੈ ਜਿਹੜਾ ਹੋਰ ਵੀ ਤਿੱਖਾ ਹੋ ਗਿਆ ਤੇ ਇਧਰ ਕਿਸਾਨਾਂ ਤੇ ਪੁਲਿਸ ਵਿਚਾਲੇ ਝੜਪ ਹੁੰਦੀ ਰਹੀ ਤੇ ਉੱਥੇ ਸਟੇਜ ਤੋਂ ਸੁਖਬੀਰ ਬਾਦਲ ਗੱਜ-ਵੱਜ ਕੇ ਕਹਿ ਰਹੇ ਸੀ ਕਿ ਅਸੀਂ ਸੌਹਾਂ ਨਹੀਂ ਖਾਂਦੇ, ਜ਼ੁਬਾਨ ਦੇ ਪੱਕੇ ਆ। ਤੇ ਕਿਸਾਨਾਂ ਦੇ ਸੰਘਰਸ਼ ਦੇ ਨਾਲ ਜੁੜੀ ਹੀ ਇੱਕ ਹੋਰ ਵੱਡੀ ਖਬਰ ਹੈ ਕਿ ਮੋਦੀ ਸਰਕਾਰ ਨੇ ਕੈਪਟਨ ਸਰਕਾਰ ਨੂੰ ਕਹਿ ਦਿੱਤਾ ਸਿੱਧਾ ਕਿ ਪੰਜਾਬ ਦੇ ਵਿੱਚ ਹੁਣ ਟੋਲ ਪਲਾਜ਼ੇ ਖੁਲਵਾਏ ਜਾਣ। ਤੇ ਟੋਲ ਪਲਾਜ਼ੇ ਜਦੋਂ ਤੋਂ ਕਿਸਾਨਾਂ ਦਾ ਸੰਘਰਸ਼ ਸ਼ੁਰੂ ਹੋਇਆ ਹੈ 9-10 ਮਹੀਨਿਆਂ ਤੋਂ ਪੰਜਾਬ ਦੇ ਵਿੱਚ ਉਦੋਂ ਤੋਂ ਹੀ ਟੋਲ ਪਲਾਜ਼ੇ ਬੰਦ ਹੋਏ ਨੇ ਤੇ ਕਿਸਾਨਾਂ ਦੇ ਸੰਘਰਸ਼ ਦੇ ਸਦਕਾ ਪੰਜਾਬੀਆਂ ਦੀ ਜਿਹੜੀ ਜੇਬ ਹੈ ਉਹ ਢਿੱਲੀ ਹੋਣੋਂ ਬਚ ਗਈ ਹੈ। ਟੋਲ ਪਲਾਜ਼ਿਆਂ ਤੇ ਹੁਣ ਤੱਕ ਨਹੀਂ ਤਾਂ ਪੰਜਾਬੀਆਂ ਨੇ 830 ਕਰੋੜ ਰੁਪਏ ਦੇ ਦੇਣੇ ਸੀ। ਹਰਿਆਣਾ ਦੇ ਵਿੱਚ ਵੀ ਦਰਜਨ ਦੇ ਕਰੀਬ ਟੋਲ ਪਲਾਜ਼ੇ ਨੇ ਜਿਹੜੇ ਉਹ ਪਿਛਲੇ ਦਸੰਬਰ ਮਹੀਨੇ ਤੋਂ ਬੰਦ ਪਏ ਨੇ। ਹੁਣ ਕੈਪਟਨ ਸਰਕਾਰ ਮੋਦੀ ਸਰਕਾਰ ਦੇ ਇਸ ਹੁਕਮ ਨੂੰ ਮੰਨਦੀ ਹੈ ਜਾਂ ਨਹੀਂ ਮੰਨਦੀ? ਜੇ ਮੰਨਦੀ ਵੀ ਹੈ ਤਾਂ ਕੀ ਕਿਸਾਨ ਲਾਗੂ ਹੋਣ ਦੇਣਗੇ? ਇਹ ਇੱਕ ਵੱਡਾ ਸਵਾਲ ਹੈ। ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦੀ ਪੰਜਾਬ ਫੇਰੀ ਹੈ ਜਿਹੜੀ ਉਹ ਮੁੱਕ ਚੁੱਕੀ ਹੈ ਤੇ ਇਹੀ ਨਿਚੋੜ ਜਿਹੜਾ ਕੱਢਿਆ ਹਰੀਸ਼ ਰਾਵਤ ਨੇ ਕਿ ਪੰਜਾਬ ਕਾਂਗਰਸ ਦੇ ਵਿੱਚ ਸਭ ਚੰਗਾ ਨਹੀਂ ਹੈ। ਹਾਈ ਕਮਾਨ ਨੂੰ ਹੁਣ ਜਾ ਕੇ ਰਿਪੋਰਟ ਦੇਣਗੇ ਦਿੱਲੀ ਦੇ ਵਿੱਚ ਤੇ ਜਿਹੜਾ ਸਿੱਧੂ ਧੜਾ ਹੈਗਾ ਉਹ ਨਾਖੁਸ਼ ਹੀ ਦਿਖਾਈ ਦੇ ਰਿਹਾ ਹੈ, ਕਿਉਂਕਿ ਹਰੀਸ਼ ਰਾਵਤ ਪੰਜਾਬ ਨੇ ਸਿੱਧੂ ਪਹੁੰਚੇ ਹਾਈ ਕਮਾਂਡ ਨੂੰ ਮਿਲਣ ਦਿੱਲੀ। ਹਾਈ ਕਮਾਂਡ ਨੇ ਮੀਟਿੰਗ ਲਈ ਟਾਈਮ ਨਹੀਂ ਦਿੱਤਾ ਤੇ ਵਾਪਸ ਪੰਜਾਬ ਆ ਗਏ। ਵਜ਼ਾਰਤੀ ਫੇਰ ਬਦਲ ਦੇ ਬਾਰੇ ਕੈਪਟਨ ਨੇ ਕੀ ਸਪਸ਼ਟੀਕਰਨ ਦਿੱਤਾ, ਖਬਰਾਂ ਦੇ ਵਿਸਥਾਰ ਦੇ ਵਿੱਚ ਦੱਸਾਂਗੇ। ਕਿਸਾਨਾਂ ਦੇ ਸੰਘਰਸ਼ ਦੇ ਦਰਮਿਆਨ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਫਿਰ ਇੱਕ ਬਿਆਨ ਦਿੱਤਾ ਹੈ ਕਿ ਸਰਕਾਰ ਵਾਤਾਵਰਣ ਬਦਲਾਅ ਦੇ ਅਸਰ ਸਮੇਤ ਭਾਰਤੀ ਖੇਤੀ ਸੈਕਟਰ ਨੂੰ ਦਰਪੇਸ਼ ਆਉਂਦੀਆਂ ਸਾਰੀਆਂ ਚੁਣੌਤੀਆਂ ਦੇ ਨਾਲ ਨਜਿੱਠਣ ਦੇ ਲਈ ਬਹੁਤ ਗੰਭੀਰ ਹੈ। CII ਦੇ 16ਵੇਂ ਸਥਾਈ ਸਿਖਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਖੇਤੀ ਸੈਕਟਰ ਦੇ ਵਿੱਚ ਹੋਰ ਕਈ ਚੁਣੌਤੀਆਂ ਹਾਲੇ ਬਾਕੀ ਨੇ। ਇਹਨਾਂ ਚੁਣੌਤੀਆਂ ਦੇ ਨਾਲ ਸਿੱਝਣ ਲਈ ਭਾਰਤ ਸਰਕਾਰ ਗੰਭੀਰਤਾ ਨਾਲ ਆਪਣੀ ਭੂਮਿਕਾ ਤੇ ਜ਼ਿੰਮੇਵਾਰੀਆਂ ਨਿਭਾ ਰਹੀ ਹੈ। ਕਹਿੰਦੇ ਮੌਸਮ ਦੇ ਵਿੱਚ ਵਿਗਾੜ ਆਉਣ ਤੋਂ ਬਾਅਦ ਕਿਤੇ ਸੋਕਾ ਪੈ ਰਿਹਾ ਹੈ ਜਾਂ ਫਿਰ ਕਿਤੇ ਹੜ੍ਹ ਆ ਰਹੇ ਨੇ। ਮਾੜੇ ਹਾਲਾਤਾਂ ਦੇ ਵਿੱਚ ਸਰਕਾਰ ਪੂਰੀ ਤਰ੍ਹਾਂ ਦੇ ਨਾਲ ਗੰਭੀਰ ਹੈ ਤੇ ਹੈਰਾਨੀ ਦੀ ਗੱਲ ਹੈ ਕਿ RSS ਦੀ ਜਿਹੜੀ ਕਿਸਾਨ ਜਥੇਬੰਦੀ ਹੈ ਉਹ 8 ਤਰੀਕ ਨੂੰ ਆਉਂਦੀ 8 ਨਵੰਬਰ ਨੂੰ ਪੂਰੇ ਦੇਸ਼ ਦੇ ਵਿੱਚ ਧਰਨੇ ਪ੍ਰਦਰਸ਼ਨ ਦੇਵੇਗੀ। ਕਿਉਂ ਦੇਵੇਗੀ? ਵਿਸਥਾਰ 'ਚ ਦੱਸਾਂਗੇ। ਭਾਰਤ ਦੀ ਸਰਵਉੱਚ ਅਦਾਲਤ ਕਹਿ ਰਹੀ ਹੈ ਕਿ ਖਬਰਾਂ ਨੂੰ ਫਿਰਕੂ ਰੰਗਤ ਦੇਣ ਨਾਲ ਦੇਸ਼ ਦਾ ਅਕਸ ਖਰਾਬ ਹੋ ਰਿਹਾ ਹੈ ਤੇ ਇਹ ਖਬਰਾਂ ਨੂੰ ਫਿਰਕੂ ਰੰਗਤ ਹੈ ਜਿਹੜੀ ਉਹ ਵੈਬ ਚੈਨਲ ਦਿੰਦੇ ਨੇ। ਸੋਸ਼ਲ ਮੀਡੀਆ ਤੇ ਜਿਹੜੇ ਧੜਾਧੜ ਚੈਨਲ ਖੁੱਲੇ ਹੋਏ ਨੇ ਉਹਨਾਂ ਦੇ ਵੱਲੋਂ ਜੋ ਹਰ ਖਬਰ ਨੂੰ ਫਿਰਕਾ ਪ੍ਰਸਤੀ ਦਾ ਰੰਗ ਦਿੱਤਾ ਜਾਂਦਾ ਹੈ ਉਹ ਦੇਸ਼ ਦੇ ਅਕਸ ਲਈ ਚੰਗਾ ਨਹੀਂ ਹੈ। ਸੰਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਨੇ ਮੋਗਾ ਦੇ ਵਿੱਚ ਹੋਏ ਲਾਠੀ ਚਾਰਜ ਦੇ ਨਾਲ ਜਿਹੜਾ ਹਰਿਆਣਾ ਦੇ ਕਰਨਾਲ ਦੇ ਵਿੱਚ SDM ਦੀ ਬਦਲੀ ਕਰ ਦਿੱਤੀ ਗਈ ਹੈ। ਨਾ ਬਰਖਾਸਤ ਕੀਤਾ ਗਿਆ, ਨਾ ਹੀ ਸਸਪੈਂਡ ਕੀਤਾ ਗਿਆ ਹੈ, ਬਦਲੀ ਕਰਕੇ ਸਗੋਂ ਹੋਰ ਮਹਿਕਮਾ ਦੇ ਦਿੱਤਾ ਗਿਆ। ਮੋਰਚੇ ਨੇ ਕਿਹਾ ਕਿ ਇਹ ਕੋਈ ਸਜ਼ਾ ਨਹੀਂ ਹੈਗੀ, ਇਹ ਤਾਂ ਸਗੋਂ ਉਸ ਨੂੰ ਉਤਸ਼ਾਹਿਤ ਕੀਤਾ ਤੇ ਨਾਲੇ ਉਹਨੂੰ ਪ੍ਰਮੋਟ ਕੀਤਾ ਗਿਆ। ਅਫਗਾਨਿਸਤਾਨ ਦੇ ਵਿੱਚ ਨਵੀਂ ਸਰਕਾਰ ਦਾ ਲਗਭਗ ਐਲਾਨ ਹੋਣ ਹੀ ਵਾਲਾ ਹੈ। ਤਾਲਿਬਾਨ ਦੇ ਬੁਲਾਰੇ ਨੇ ਦੱਸਿਆ ਹੈ ਕਿ ਅਫਗਾਨਿਸਤਾਨ ਦੇ ਸਭ ਤੋਂ ਵੱਡੇ ਜਿਹੜੇ ਲੀਡਰ ਨੇ ਉਹ ਮੁੱਲਾ ਹੈਬਤੁੱਲਾ ਅਖੁੰਦਜ਼ਾਦਾ ਹੋਣਗੇ ਤੇ ਅਫਗਾਨਿਸਤਾਨ ਦੇ ਵਿੱਚ ਫਸੇ ਸਿੱਖ ਤੇ ਹਿੰਦੂਆਂ ਨੂੰ ਹਾਲੇ ਵੀ ਭਾਰਤ ਸਰਕਾਰ ਤੋਂ ਮਦਦ ਦੀ ਆਸ ਹੈ। ਵਰਲਡ ਪੰਜਾਬੀ ਆਰਗੇਨਾਈਜੇਸ਼ਨ ਨੇ ਕਿਹਾ ਕਿ ਅਸੀਂ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਨਾਲ ਸੰਪਰਕ ਦੇ ਵਿੱਚ ਆ। ਹਾਲਾਂਕਿ ਖਬਰਾਂ ਇਹ ਵੀ ਮਿਲ ਰਹੀਆਂ ਨੇ ਕਿ ਗੁਰਦੁਆਰਾ ਕਰਤੇ ਪ੍ਰਵਾਨ ਦੇ ਵਿੱਚ ਜਿਹੜੇ ਹਿੰਦੂ ਤੇ ਸਿੱਖਾਂ ਨੇ ਸ਼ਰਨ ਲਈ ਸੀ, ਪਨਾਹ ਲਈ ਸੀ, ਉਹ ਵਾਪਸ ਆਪੋ ਆਪਣੇ ਘਰਾਂ ਨੂੰ ਜਾ ਚੁੱਕੇ ਨੇ, ਥੋੜੇ ਕੁ ਸਿੱਖਾਂ ਨੂੰ ਛੱਡ ਕੇ। ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਹੁਣ ਪੋਰਟਲ ਦੇ ਰਾਹੀਂ ਮੁਲਾਕਾਤਾਂ ਹੋਣੀਆਂ ਸ਼ੁਰੂ ਹੋ ਗਈਆਂ ਨੇ। ਰਿਸ਼ਤੇਦਾਰ ਆਨਲਾਈਨ ਮੁਲਾਕਾਤ ਬੁੱਕ ਕਰ ਸਕਦੇ ਨੇ ਤੇ ਫਿਰ ਆਪਣੇ ਜਿਹੜੇ ਮੈਂਬਰ ਪਰਿਵਾਰ ਦੇ ਮੈਂਬਰ ਕੈਦੀ ਦੇ ਨਾਲ ਮੁਲਾਕਾਤ ਕਰ ਸਕਦੇ ਨੇ। ਕਰੋਨਾ ਮਹਾਮਾਰੀ ਕਰਕੇ ਕਰੀਬ 1.5 ਸਾਲ ਬਾਅਦ ਹੁਣ ਜਾ ਕੇ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਪੋਰਟਲ ਰਾਹੀਂ ਬੁਕਿੰਗ ਹੈ ਜਿਹੜੀ ਉਹ
ਸ਼ੁਰੂ ਕੀਤੀ ਗਈ ਹੈ ਤੇ ਹੁਣ ਲੋਕ ਕੇਂਦਰ ਸਰਕਾਰ ਦੇ ਵੱਲੋਂ ਜਾਰੀ ਕੀਤਾ ਗਿਆ ਪ੍ਰਿਜ਼ਨ ਪੋਰਟਲ ਹੈ ਜਿਹੜਾ ਉੱਤੇ ਜਾ ਕੇ ਪੰਜਾਬ ਦੀਆਂ ਜੇਲ੍ਹਾਂ 'ਚ ਬੰਦ ਆਪਣੇ ਰਿਸ਼ਤੇਦਾਰਾਂ ਨਾਲ ਮੁਲਾਕਾਤ ਲਈ ਸਮਾਂ ਲੈ ਸਕਦੇ ਨੇ। ਖਾਸ ਗੱਲ ਇਹ ਹੈ ਕਿ ਪੋਰਟਲ ਪੂਰੇ ਦੇਸ਼ ਲਈ ਬਣਾਇਆ ਗਿਆ, ਜਿਸ ਵਿੱਚ ਪੂਰੇ ਦੇਸ਼ ਦੇ ਲੋਕ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਦੇ ਵਿੱਚ ਬੰਦ ਕੈਦੀਆਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਸਮਾਂ ਲੈ ਸਕਦੇ ਨੇ ਤੇ ਇਸ ਮੁਲਾਕਾਤ ਲਈ ਹਾਲੇ ਸਿਰਫ ਸਕੇ ਰਿਸ਼ਤੇਦਾਰਾਂ ਨੂੰ ਹੀ ਮਨਜ਼ੂਰੀ ਦਿੱਤੀ ਗਈ ਹੈ। ਜਲਿਆਂਵਾਲੇ ਬਾਗ ਦਾ ਜੋ ਨਵੀਨੀਕਰਨ ਕੀਤਾ ਗਿਆ ਹੈ ਉਸ ਦਾ ਵਿਰੋਧ ਲਗਾਤਾਰ ਜਾਰੀ ਹੈ। ਸ਼ਹੀਦਾਂ ਦੇ ਪਰਿਵਾਰਾਂ ਵੱਲੋਂ ਵੀ, ਇਤਿਹਾਸਕਾਰਾਂ ਵੱਲੋਂ ਵੀ ਤੇ ਆਮ ਲੋਕਾਂ ਵੱਲੋਂ ਵੀ। ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਦਾ ਵਿਰੋਧ ਹਾਲੇ ਥੰਮ ਨਹੀਂ ਰਿਹਾ ਸੀ ਕਿ ਹੁਣ ਇੱਕ ਵਿਰੋਧ ਦਾ ਸਾਹਮਣਾ ਉਹਨਾਂ ਨੂੰ ਕਰਨਾ ਪਵੇਗਾ, ਕਿਉਂਕਿ ਲੁਧਿਆਣਾ ਦੇ ਵਿੱਚ ਮੁਸਲਿਮ ਭਾਈਚਾਰੇ ਨੇ ਇਹ ਐਲਾਨ ਕੀਤਾ ਹੈ ਕਿ ਅਸੀਂ ਐਮੀ ਵਿਰਕ ਦੇ ਖਿਲਾਫ ਹੁਣ ਮੋਰਚਾ ਖੋਲ੍ਹ ਦਿਆਂਗੇ। ਦਰਅਸਲ ਐਮੀ ਵਿਰਕ ਨੇ ਆਪਣੇ ਗੀਤ ਵਿੱਚ ਰਸੂਲ ਸ਼ਬਦ ਦੀ ਜਿਹੜੀ ਵਰਤੋਂ ਕੀਤੀ ਹੈ ਉਸ ਕਰਕੇ ਮੁਸਲਿਮ ਭਾਈਚਾਰਾ ਖਫਾ ਹੈ। ਰਸੂਲ ਸ਼ਬਦ ਦੀ ਕਥਿਤ ਬੇਅਦਬੀ ਕਰਨ ਦੀ ਨਿਖੇਧੀ ਕਰਦਿਆਂ ਮੁਸਲਿਮ ਭਾਈਚਾਰੇ ਨੇ ਐਮੀ ਵਿਰਕ ਦੇ ਖਿਲਾਫ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਇਤਿਹਾਸਿਕ ਜਾਮਾ ਮਸਜਿਦ ਤੋਂ ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਹੈ ਕਿ ਇਸਲਾਮ ਧਰਮ ਵਿੱਚ ਅੱਲਾ ਦੇ ਆਖਰੀ ਰਸੂਲ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੂੰ ਸਭ ਤੋਂ ਵੱਡਾ ਦਰਜਾ ਦਿੱਤਾ ਗਿਆ ਤੇ ਦੁਨੀਆ 'ਚ ਜਦੋਂ ਕਿਤੇ ਵੀ ਰਸੂਲ ਸ਼ਬਦ ਦੀ ਵਰਤੋਂ ਹੁੰਦੀ ਹੈ ਤਾਂ ਉਸ ਦਾ ਮਤਲਬ ਹੁੰਦਾ ਹੈ ਕਿ ਹਜ਼ਰਤ ਮੁਹੰਮਦ ਰਸੂਲ ਅੱਲਾਹ ਦਾ ਫਰਮਾਨ ਹੈ। ਸ਼ਾਹੀ ਇਮਾਮ ਨੇ ਦੱਸਿਆ ਕਿ ਇਸ ਬਾਰੇ ਪੁਲਿਸ ਕਮਿਸ਼ਨਰ ਨੂੰ ਅਸੀਂ ਸ਼ਿਕਾਇਤ ਈਮੇਲ ਰਾਹੀਂ ਭੇਜ ਦਿੱਤੀ ਹੈ। ਜੇ ਕੋਈ ਕਾਰਵਾਈ ਨਾ ਹੋਈ ਤਾਂ ਪੰਜਾਬ ਭਰ ਦੇ ਮੁਸਲਮਾਨਾਂ ਦੀ ਲੁਧਿਆਣੇ ਮੀਟਿੰਗ ਸੱਦ ਕੇ ਅਗਲੀ ਰਣਨੀਤੀ ਐਲਾਨਾਂਗੇ। ਸੋ ਅੱਜ ਪੰਜਾਬ ਵਿਧਾਨ ਸਭਾ ਦਾ ਜਿਹੜਾ ਇਜਲਾਸ ਹੋਣ ਜਾ ਰਿਹਾ ਉਸ ਦੇ ਵਿੱਚ ਕੀ ਹੋਣ ਜਾ ਰਿਹਾ ਹੈ ਇਸ ਦੀ ਅਪਡੇਟ ਅਸੀਂ ਤੁਹਾਨੂੰ ਜ਼ਰੂਰ ਦੇਵਾਂਗੇ ਤੇ 9 ਵਜੇ ਦੇ ਕਰੀਬ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਦਰਅਸਲ ਜਿਹੜੇ ਸੈਸ਼ਨ ਹੁੰਦੇ ਨੇ ਉਹਨਾਂ ਦੇ ਵਿੱਚ ਕੀ 3 ਕੰਮ ਵਿਧਾਇਕਾਂ ਨੇ ਕਰਨੇ ਹੁੰਦੇ ਨੇ ਤੇ ਉਹ ਖਾਸ ਜਾਣਕਾਰੀ ਸੁਣ ਕੇ ਤੁਸੀਂ ਆਪ ਹੀ ਦੇਖ ਲਿਓ ਕਿ ਅੱਜ ਦੇ ਸੈਸ਼ਨ ਦੇ ਵਿੱਚ ਇਹਨਾਂ ਵਿਧਾਇਕਾਂ ਨੇ, ਪੰਜਾਬ ਦੇ ਵਿਧਾਇਕਾਂ ਨੇ ਉਹ 3 ਕੰਮ ਜਿਹੜੇ ਬਹੁਤ ਜ਼ਰੂਰੀ ਹੁੰਦੇ ਨੇ ਕਰਨੇ ਉਹ ਕੀਤੇ ਨੇ ਜਾਂ ਨਹੀਂ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਹੁਣ ਖਬਰਾਂ ਵਿਸਥਾਰ ਦੇ ਨਾਲ। ਪੰਜਾਬ ਦੀਆਂ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਨਵੇਂ ਹੁਕਮਾਂ ਦੀ ਜਾਣਕਾਰੀ ਦੇ ਦਿੰਦੇ ਹਾਂ। ਪੰਜਾਬ ਸਰਕਾਰ ਨੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਨੇ। ਤੀਸਰੀ ਲਹਿਰ ਦਾ ਜਿਹੜਾ ਰੌਲਾ ਪਿਛਲੇ ਕਈ ਦਿਨਾਂ ਤੋਂ ਪਾਇਆ ਜਾ ਰਿਹਾ ਹੈ ਕਿ ਤੀਜੀ ਲਹਿਰ ਆ ਰਹੀ ਹੈ ਸਤੰਬਰ ਵਿੱਚ ਜਾਂ ਅਕਤੂਬਰ ਵਿੱਚ ਜਾਂ ਨਵੰਬਰ ਦੇ ਵਿੱਚ ਉਸ ਦਾ ਪੀਕ ਹੋਵੇਗਾ ਤੇ ਹੁਣ ਕੈਪਟਨ ਸਰਕਾਰ ਨੇ ਨਵੇਂ ਦਿਸ਼ਾ ਨਿਰਦੇਸ਼ ਜਿਹੜੇ ਜਾਰੀ ਕੀਤੇ ਨੇ ਉਹ 15 ਸਤੰਬਰ ਤੱਕ ਲਾਗੂ ਰਹਿਣਗੇ। ਇਹਨਾਂ ਮੁਤਾਬਿਕ ਬਾਹਰਲੇ ਸੂਬਿਆਂ ਤੋਂ ਪੰਜਾਬ ਆਉਣ ਵਾਲੇ ਲੋਕ ਚਾਹੇ ਉਹ ਸੜਕੀ ਆਵਾਜਾਈ ਰਾਹੀਂ ਆਉਣ ਜਾਂ ਫਿਰ ਹਵਾਈ ਸਫ਼ਰ ਰਾਹੀਂ ਉਹਨਾਂ ਨੂੰ 72 ਘੰਟਿਆਂ ਦੇ ਅੰਦਰ RT-PCR ਦੀ ਨੈਗੇਟਿਵ ਰਿਪੋਰਟ ਦਿਖਾਉਣੀ ਪਵੇਗੀ। ਜੇ ਕਿਸੇ ਨੇ ਕਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ਸ ਲਈਆਂ ਨੇ ਤਾਂ ਉਹ ਵੀ ਦਿਖਾਈ ਜਾ ਸਕਦੀ ਹੈ ਜਾਂ ਨੈਗੇਟਿਵ ਰਿਪੋਰਟ ਜਾਂ ਦੋਵੇਂ ਵੈਕਸੀਨਸ ਦਾ ਸਰਟੀਫਿਕੇਟ। ਇਸ ਤੋਂ ਪਹਿਲਾਂ ਜਿਹੜੀ ਇਕੱਠ ਤੇ ਪਾਬੰਦੀ ਲਾਈ ਸੀ ਉਹਨੂੰ ਹਟਾ ਦਿੱਤਾ ਗਿਆ ਸੀ, ਪਰ ਹੁਣ ਇਨਡੋਰ ਇਕੱਠ ਦੇ ਵਿੱਚ, ਅੰਦਰੂਨੀ ਇਕੱਠ ਦੇ ਵਿੱਚ 150 ਲੋਕ ਤੇ ਬਾਹਰੀ ਇਕੱਠ ਵਿੱਚ ਸਿਰਫ 300 ਲੋਕ ਇਕੱਠੇ ਹੋ ਸਕਦੇ ਨੇ। ਜਿਮ, ਸਿਨੇਮਾ, ਰੈਸਟੋਰੈਂਟ ਦੇ ਵਿੱਚ ਫਿਰ ਪਾਬੰਦੀਆਂ ਲਾ ਦਿੱਤੀਆਂ ਗਈਆਂ ਨੇ। 50% ਦੀ ਸਮਰੱਥਾ ਦੇ ਨਾਲ ਹੀ ਇਹ ਜਿਹੜੇ ਖੁੱਲ੍ਹੇ ਰਹਿ ਸਕਦੇ ਨੇ, 100% ਲੋਕ ਨਹੀਂ ਜਾ ਸਕਦੇ। ਹੁਣ ਇਹ ਹੋਏਗਾ ਕਿ ਸਿਨੇਮਾ ਦੇ ਵਿੱਚ ਵੀ ਇੱਕ ਸੀਟ ਤੇ ਬੰਦਾ ਬੈਠਾ, ਦੂਸਰੀ ਖਾਲੀ, ਤੀਸਰੀ ਤੇ ਬੈਠਾ, 1 3 5 7 9 11 ਇਸ ਤਰੀਕੇ ਦੇ ਨਾਲ ਜਿਹੜੀਆਂ ਸੀਟਾਂ ਭਰੀਆਂ ਜਾ ਸਕਦੀਆਂ ਨੇ। ਇਸੇ ਤਰ੍ਹਾਂ ਜਿਮ ਤੇ ਇਸੇ ਤਰ੍ਹਾਂ ਰੈਸਟੋਰੈਂਟ ਦੇ ਵਿੱਚ ਵੀ ਹੁਣ ਇੱਕ ਸੀਟ ਹੈ ਜਿਹੜੀ ਖਾਲੀ ਰੱਖਣੀ ਪਵੇਗੀ। ਪਰ ਸਰਕਾਰ ਨੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਜਿਹੜੀ ਢਿੱਲ ਦਿੱਤੀ ਹੈ ਥੋੜ੍ਹੀ, ਜਿਨ੍ਹਾਂ ਦੇ ਲਈ ਵਿਦੇਸ਼ ਯਾਤਰਾ ਕਰਨੀ ਬਹੁਤ ਜ਼ਰੂਰੀ ਹੈ, ਉਹਨਾਂ ਨੂੰ ਢਿੱਲ ਦਿੱਤੀ ਹੈ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਵੀਰ ਸਿੱਧੂ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਉਹਨਾਂ ਸਾਰੇ ਲੋਕਾਂ ਜੋ ਕਿਸੇ ਵੀ ਸਿਹਤ ਸਮੱਸਿਆ ਲਈ ਇਲਾਜ ਕਰਵਾਉਣ ਦੇ ਲਈ ਜਾਂ ਫਿਰ ਵਿਦੇਸ਼ੀ ਨਾਗਰਿਕ ਜਿਨ੍ਹਾਂ ਨੂੰ ਆਪਣੇ ਦੇਸ਼ ਪਰਤਣਾ ਪੈਂਦਾ ਹੈ, ਅਜਿਹੇ ਲੋਕ ਜਿਨ੍ਹਾਂ ਦੀ ਵਿਦੇਸ਼ੀ ਯਾਤਰਾ ਟਾਲੀ ਨਹੀਂ ਜਾ ਸਕਦੀ, ਉਹਨਾਂ ਨੂੰ ਕੋਵਿਸ਼ੀਲਡ ਦੀ ਪਹਿਲੀ ਖੁਰਾਕ ਦੇ 84 ਦਿਨਾਂ ਦੇ ਲਾਜ਼ਮੀ ਅੰਤਰਾਲ ਤੋਂ ਪਹਿਲਾਂ ਹੀ ਦੂਸਰੀ ਖੁਰਾਕ ਮੁਹੱਈਆ ਦੇਣ ਦੀ ਸਹੂਲਤ ਹੈ ਜਿਹੜੀ ਉਹ ਦਿੱਤੀ ਜਾਵੇਗੀ। ਯਾਨੀ ਕਿ 2 ਡੋਜ਼ਸ ਉਹਨਾਂ ਨੂੰ ਛੇਤੀ ਲਗਵਾ ਦਿੱਤੀਆਂ ਜਾਣਗੀਆਂ ਉਹਨਾਂ ਦੀ ਜਿਹੜੀ ਸਮੱਸਿਆ ਦੇ ਆਧਾਰ ਤੇ ਅਜਿਹੇ ਵਿਅਕਤੀਆਂ ਨੂੰ ਯਾਤਰਾ ਸੰਬੰਧੀ ਦਸਤਾਵੇਜ਼ਾਂ ਦੀ ਇੱਕ ਕਾਪੀ ਜਿਵੇਂ ਵੀਜ਼ਾ ਜਾਂ ਫਿਰ ਪੁਸ਼ਟੀ ਕੀਤੀ ਟਿਕਟ ਦੇ ਨਾਲ ਜਿਹੜਾ ਹੈਗਾ ਆਪਣੀ ਜਿਹੜੀ ਅਪੀਲ ਹੈ ਉਹ ਕਰਨੀ ਪਵੇਗੀ। ਇਹ ਦੋਵੇਂ ਡਾਕੂਮੈਂਟ ਦਿਖਾਉਣੇ ਪੈਣਗੇ ਤਾਂ ਜੋ ਪਤਾ ਲੱਗ ਸਕੇ ਕਿ ਸੱਚਮੁੱਚ ਉਸ ਦੀ ਸਮੱਸਿਆ ਜਿਹੜੀ ਹੈ ਉਹ ਜਾਇਜ਼ ਹੈ। ਤੇ ਹੁਣ ਵੱਧ ਤੋਂ ਵੱਧ ਲੋਕਾਂ ਨੂੰ ਟੀਕਾ ਲਾਇਆ ਜਾਵੇਗਾ। ਪੰਜਾਬ ਦੇ ਵਿੱਚ ਜਿਹੜੀ ਟੀਕੇ ਦੀ ਦੂਸਰੀ ਡੋਜ਼ ਹੈ ਉਹ ਸਿਰਫ ਐਤਵਾਰ ਦੇ ਦਿਨ ਹੀ ਲਗਵਾਈ ਜਾਏਗੀ। ਪਹਿਲੀ ਡੋਜ਼ ਵਾਲੇ ਬੰਦੇ ਨੇ ਉਹਨਾਂ ਨੂੰ ਪ੍ਰਾਇੋਰਟੀ ਦਿੱਤੀ ਜਾਵੇਗੀ।
दूसरी डोज सिर्फ ਐਤਵਾਰ ਦੇ ਦਿਨ ਹੀ ਲੱਗੇਗੀ ਪੰਜਾਬ ਦੇ ਵਿੱਚ। ਮੌਸਮ ਦੀ ਜੇ ਗੱਲ ਕਰ ਲਈਏ ਕਿ ਪੰਜਾਬ 'ਚ ਆਉਂਦੇ ਦਿਨਾਂ ਵਿੱਚ ਕਿਹੋ ਜਿਹਾ ਮੌਸਮ ਰਹੇਗਾ, ਇਸ ਦੀ ਜਾਣਕਾਰੀ ਹੈ ਜਿਹੜੀ ਉਹ ਮੌਜੂਦਾ ਮੌਸਮ ਦੇ ਆਧਾਰ ਤੇ ਦਿੱਤੀ ਜਾ ਸਕਦੀ ਹੈ। ਤੁਸੀਂ ਦੇਖ ਹੀ ਸਕਦੇ ਹੋ ਕਿ ਪੰਜਾਬ ਸਮੇਤ ਹਰਿਆਣਾ, ਚੰਡੀਗੜ੍ਹ, ਦਿੱਲੀ ਦੇ ਵਿੱਚ ਤਾਂ ਬਹੁਤ ਹੀ ਭਾਰੀ ਮੀਂਹ ਹੈ ਜਿਹੜਾ ਉਹ ਬੁੱਧਵਾਰ ਤੋਂ ਲਗਾਤਾਰ ਪੈ ਰਿਹਾ ਹੈ ਤੇ ਪੰਜਾਬ ਦੇ ਵਿੱਚ 20 ਸਤੰਬਰ ਮਹੀਨੇ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਹੈ। ਪੰਜਾਬ ਮੌਸਮ ਵਿਭਾਗ ਦੇ ਵਿਗਿਆਨੀਆਂ ਦੇ ਮੁਤਾਬਿਕ ਪੰਜਾਬ 'ਚ ਅਗਸਤ ਦੇ ਵਿੱਚ ਮੌਨਸੂਨ ਕਮਜ਼ੋਰ ਰਿਹਾ, 24% ਘੱਟ ਮੀਂਹ ਪਿਆ ਹੈ। ਪਹਾੜੀ ਇਲਾਕਿਆਂ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਕਾਫੀ ਮੀਂਹ ਪਿਆ ਹੈ ਤੇ ਇਸ ਕਰਕੇ ਹੁਣ ਸਤੰਬਰ ਦੇ ਵਿੱਚ ਭਾਰੀ ਮੀਂਹ ਪਵੇਗਾ। ਸੁਪਰੀਮ ਕੋਰਟ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਵੈਬ ਪੋਰਟਲ ਤੇ ਫਰਜ਼ੀ ਖਬਰਾਂ ਤੇ ਗੰਭੀਰ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਮੀਡੀਆ ਦੇ ਇੱਕ ਵਰਗ ਦੇ ਵਿੱਚ ਪ੍ਰਸਾਰਿਤ ਕੀਤੀਆਂ ਜਾਣ ਵਾਲੀਆਂ ਖਬਰਾਂ ਵਿੱਚ ਫਿਰਕੂ ਰੰਗਤ ਹੋਣ ਕਾਰਨ ਦੇਸ਼ ਦੇ ਅਕਸ ਨੂੰ ਢਾਹ ਲੱਗ ਸਕਦੀ ਹੈ। ਚੀਫ ਜਸਟਿਸ ਐਨ.ਵੀ. ਰਾਮੰਨਾ, ਜਸਟਿਸ ਸੂਰਿਆਕਾਂਤ ਤੇ ਜਸਟਿਸ A.S. ਬੋਪੰਨਾ ਦੇ ਬੈਂਚ ਨੇ ਇਹ ਗੱਲ ਜਮੀਅਤ ਉਲੇਮਾ-ਏ-ਹਿੰਦ ਦੀ ਪਟੀਸ਼ਨ ਸਮੇਤ ਕਈ ਪਟੀਸ਼ਨਾਂ ਤੇ ਸੁਣਵਾਈ ਕਰਦਿਆਂ ਕਹੀ। ਪਟੀਸ਼ਨਰਾਂ ਨੇ ਅਜਿਹੀਆਂ ਫਰਜ਼ੀ ਖਬਰਾਂ ਦੇ ਪ੍ਰਸਾਰਣ ਤੇ ਰੋਕ ਲਾਉਣ ਦੀ ਮੰਗ ਕੀਤੀ ਹੈ। ਬੈਂਚ ਨੇ ਪੁੱਛਿਆ ਕਿ ਨਿੱਜੀ ਸਮਾਚਾਰ ਚੈਨਲ ਯਾਨੀ ਕਿ ਵੈਬ ਚੈਨਲਾਂ ਦੇ ਇੱਕ ਹਿੱਸੇ ਵਿੱਚ ਦਿਖਾਈ ਗਈ ਹਰ ਚੀਜ਼ ਦੇ ਵਿੱਚ ਫਿਰਕਾ ਪ੍ਰਸਤੀ ਦਾ ਰੰਗ ਹੁੰਦਾ ਹੈ। ਇਸ ਨਾਲ ਦੇਸ਼ ਦੇ ਅਕਸ ਨੂੰ ਢਾਹ ਲੱਗ ਰਹੀ ਹੈ। ਕੀ ਤੁਸੀਂ ਯਾਨੀ ਕਿ ਕੇਂਦਰ ਸਰਕਾਰ ਨੂੰ ਪੁੱਛਿਆ ਕਿ ਕੀ ਤੁਸੀਂ ਕਦੇ ਇਹਨਾਂ ਨਿੱਜੀ ਚੈਨਲਾਂ ਤੇ ਨਜ਼ਰ ਰੱਖਣ ਦੀ ਕੋਸ਼ਿਸ਼ ਕੀਤੀ ਹੈ? ਪਟੀਸ਼ਨਾਂ ਦੇ ਵਿੱਚ ਪਿਛਲੇ ਸਾਲ ਨਿਜ਼ਾਮੁਦੀਨ ਮਰਕਜ਼ ਦੇ ਵਿੱਚ ਹੋਈ ਇੱਕ ਧਾਰਮਿਕ ਸਭਾ ਨੂੰ ਲੈ ਕੇ ਫੇਕ ਨਿਊਜ਼ ਪ੍ਰਸਾਰਣ ਤੇ ਰੋਕ ਲਾਉਣ ਲਈ ਕਿਹਾ ਗਿਆ ਸੀ। ਇਸ ਦੇ ਨਾਲ ਹੀ ਇਸ ਦੇ ਲਈ ਜ਼ਿੰਮੇਦਾਰ ਲੋਕਾਂ ਤੇ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਗਈ ਸੀ। ਸੁਪਰੀਮ ਕੋਰਟ ਨੇ ਕਿਹਾ ਕਿ ਫੇਕ ਨਿਊਜ਼ ਤੇ ਵੈਬ ਪੋਰਟਲ ਅਤੇ YouTube ਚੈਨਲਾਂ ਉੱਤੇ ਲਾਂਛਨ ਲਾਉਣ ਨੂੰ ਲੈ ਕੇ ਕੋਈ ਕੰਟਰੋਲ ਨਹੀਂ ਹੈ। ਜੇਕਰ ਤੁਸੀਂ YouTube ਤੇ ਜਾਓ ਤੇ ਦੇਖੋਗੇ ਕਿੰਨੀ ਆਸਾਨੀ ਨਾਲ ਕੋਈ ਵੀ ਚੈਨਲ ਖੋਲ੍ਹਿਆ ਜਾ ਸਕਦਾ ਹੈ ਤੇ ਕਿੰਨੇ ਸੌਖੇ ਤਰੀਕੇ ਨਾਲ ਝੂਠੀਆਂ ਖਬਰਾਂ ਵੀ ਚਲਾਈਆਂ ਜਾਂਦੀਆਂ ਨੇ। ਅਦਾਲਤ ਨੇ ਕਿਹਾ ਕਿ 6 ਹਫ਼ਤਿਆਂ ਬਾਅਦ ਕੇਂਦਰ ਦੀਆਂ ਵੱਖ-ਵੱਖ ਹਾਈ ਕੋਰਟਾਂ ਦੇ ਵਿੱਚ ਦਾਖਲ ਪਟੀਸ਼ਨਾਂ ਨੂੰ ਬਦਲੀ ਕਰਨ ਦੀ ਮੰਗ ਬਾਰੇ ਵੀ ਸੁਣਵਾਈ ਕੀਤੀ ਜਾਵੇਗੀ। ਦਰਅਸਲ ਇਹ ਪਟੀਸ਼ਨਾਂ ਸੋਸ਼ਲ ਮੀਡੀਆ ਤੇ ਵੈਬਸਾਈਟ ਉੱਤੇ ਪੇਸ਼ ਕੀਤੀ ਜਾ ਰਹੀ ਸਮੱਗਰੀ ਨੂੰ ਨਿਯਮਬੱਧ ਕਰਨ ਨੂੰ ਲੈ ਕੇ ਜਾਰੀ ਕੀਤੇ ਗਏ IT ਨਿਯਮਾਂ ਦੇ ਨਾਲ ਸੰਬੰਧਿਤ ਹੈ। ਪਰ ਹੈਰਾਨੀ ਵਾਲੀ ਗੱਲ ਹੈ ਕਿ ਲਗਾਤਾਰ ਸਰਕਾਰ ਦੇ ਕੰਮਾਂ ਤੇ ਸਵਾਲ ਕਰਨ ਵਾਲੇ ਤੇ ਗੋਦੀ ਮੀਡੀਆ ਵਰਗੀ ਲਾਗ ਲਪੇਟ ਤੋਂ ਦੂਰ ਇਹ ਵੈਬ ਨਿਊਜ਼ ਚੈਨਲ ਸਰਕਾਰ ਦੀ ਕਾਰਗੁਜ਼ਾਰੀ ਉੱਤੇ ਸਵਾਲ ਖੜੇ ਕਰ ਰਹੇ ਨੇ। ਸਿਰਫ ਝੂਠੀਆਂ ਖਬਰਾਂ ਹੀ ਨਹੀਂ ਚਲਾਉਂਦੇ, ਝੂਠੀਆਂ ਖਬਰਾਂ ਚਲਾਉਣ ਵਾਲੇ ਨਿਊਜ਼ ਚੈਨਲ ਵੀ ਹੈਗੇ ਨੇ। ਵੈਬ ਨਿਊਜ਼ ਚੈਨਲ ਆਪੂ ਬਣੇ ਪੱਤਰਕਾਰ ਨੇ ਜਿਹੜੇ ਉਹ ਅਜਿਹੇ ਵੈਬ ਨਿਊਜ਼ ਚੈਨਲ ਸਿਰਫ ਪੈਸਾ ਕਮਾਉਣ ਦੇ ਲਈ ਚਲਾਏ ਜਾ ਰਹੇ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਪਰ ਕੀ ਸੁਪਰੀਮ ਕੋਰਟ ਨੇ ਕਦੇ ਉਹਨਾਂ ਚੈਨਲਾਂ ਤੇ ਟਿੱਪਣੀ ਕੀਤੀ ਹੈ ਜਿਹੜੇ ਕਿ ਭਾਰਤ ਦੇ TV ਚੈਨਲ ਨੇ, ਜਿਹੜੇ ਬਹੁਤ ਸਾਰੀਆਂ ਅਜਿਹੀਆਂ ਖਬਰਾਂ ਦਿਖਾ ਦਿੰਦੇ ਨੇ ਜਿਨ੍ਹਾਂ ਨੂੰ ਦਿਖਾਉਣ ਤੋਂ ਬਾਅਦ ਚੋਂ ਮਾਫੀ ਵੀ ਮੰਗੀ ਜਾਂਦੀ ਹੈ? ਕਿ ਉਹਨਾਂ ਦੀਆਂ ਝੂਠੀਆਂ ਖਬਰਾਂ ਦੇ ਉੱਤੇ ਕਦੇ ਸਰਕਾਰ ਦੀ ਨਜ਼ਰ ਗਈ ਹੈ? ਭਾਰਤੀ ਚੋਣ ਕਮਿਸ਼ਨ ਨੇ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਖਲ ਕੀਤੀ ਹੈ ਜਿਸ ਨੂੰ ਸੁਣ ਕੇ ਸਿਆਸੀ ਪਾਰਟੀਆਂ ਦੇ ਹੋਸ਼ ਉੱਡ ਜਾਣਗੇ। ਭਾਰਤੀ ਚੋਣ ਕਮਿਸ਼ਨ ਨੇ ਪੰਜਾਬ, ਉੱਤਰ ਪ੍ਰਦੇਸ਼, ਗੋਆ, ਮਣੀਪੁਰ ਦੇ ਵਿੱਚ ਜਿਹੜੀਆਂ ਆਉਂਦੇ ਸਾਲ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੇ ਉਹ ਕਰਵਾਉਣ ਤੋਂ ਅਸਮਰੱਥਾ ਜਤਾਈ ਹੈ। ਚੋਣ ਕਮਿਸ਼ਨ ਨੇ ਇਸ ਫੈਸਲੇ ਦੇ ਪਿੱਛੇ EVM ਮਸ਼ੀਨਾਂ ਦਾ ਹਵਾਲਾ ਦਿੱਤਾ ਹੈ। ਚੋਣ ਕਮਿਸ਼ਨ ਨੇ ਕਿਹਾ, ਸਾਨੂੰ ਡਰ ਹੈ ਕਿ ਅਗਲੇ ਸਾਲ ਅਸੀਂ ਇਹਨਾਂ 4 ਸੂਬਿਆਂ ਦੇ ਵਿੱਚ ਵਿਧਾਨ ਸਭਾ ਚੋਣਾਂ ਨਹੀਂ ਕਰਵਾ ਸਕਾਂਗੇ ਕਿਉਂਕਿ EVM ਹਾਲੇ ਤੱਕ ਅਸਾਮ, ਕੇਰਲਾ, ਤਾਮਿਲਨਾਡੂ, ਦਿੱਲੀ, ਪੁਡੂਚੇਰੀ ਤੇ ਪੱਛਮੀ ਬੰਗਾਲ ਦੇ ਵਿੱਚ ਨੇ। ਕਮਿਸ਼ਨ ਨੇ ਇਸ ਬਾਰੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ ਤੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰਕੇ ਕਮਿਸ਼ਨ ਨੇ EVM ਦੀ ਮੁੜ ਵਰਤੋਂ ਦੀ ਇਜਾਜ਼ਤ ਹੈ ਜਿਹੜੀ ਉਹ ਮੰਗੀ ਹੈ। ਚੋਣ ਕਮਿਸ਼ਨ ਨੇ ਮੰਗ ਕੀਤੀ ਹੈ ਕਿ ਸੁਪਰੀਮ ਕੋਰਟ ਨੂੰ ਹਰ ਸੂਬੇ ਦੇ ਉੱਚ ਅਦਾਲਤਾਂ ਦੇ ਵਿੱਚ ਚੋਣ ਪਟੀਸ਼ਨਾਂ ਦਾਇਰ ਕਰਨ ਦੀ ਸਮਾਂ ਸੀਮਾ ਤੈਅ ਕਰਨੀ ਚਾਹੀਦੀ ਹੈ ਤਾਂ ਜੋ EVM ਨੂੰ ਵਰਤਣ ਲਈ ਜਿਹੜਾ ਮੁਕਤ ਕੀਤਾ ਜਾ ਸਕੇ, ਇੱਧਰ ਸ਼ਿਫਟ ਕੀਤਾ ਜਾ ਸਕੇ। ਕਰਨਾਲ ਦੇ ਵਿੱਚ ਕਿਸਾਨਾਂ ਤੇ ਭਾਰੀ ਲਾਠੀਚਾਰਜ ਦਾ ਹੁਕਮ ਦੇਣ ਵਾਲੇ SDM ਆਯੂਸ਼ ਸਿਨਹਾ ਨੂੰ ਹਰਿਆਣੇ ਦੀ ਸਰਕਾਰ ਨੇ ਸਿਰਫ ਬਦਲੀ ਕਰਕੇ ਸਾਰ ਦਿੱਤਾ ਹੈ। ਕਿਸਾਨਾਂ ਦੇ ਤਿੱਖੇ ਵਿਰੋਧ ਤੋਂ ਬਾਅਦ ਵੀ ਆਯੂਸ਼ ਸਿਨਹਾ ਸਮੇਤ 19 IAS ਅਫਸਰਾਂ ਅਤੇ ਇੱਕ HCS ਅਫਸਰ ਦੀ ਬਦਲੀ ਕੀਤੀ ਗਈ ਹੈ। ਕਰਨਾਲ ਦੇ SDM ਤੋਂ ਹੁਣ ਸਿਨਹਾ ਨੂੰ ਬਦਲ ਕੇ ਨਾਗਰਿਕ ਸਰੋਤ ਸੂਚਨਾ ਵਿਭਾਗ ਦਾ ਵਧੀਕ ਸਕੱਤਰ ਲਾ ਦਿੱਤਾ ਗਿਆ ਹੈ, ਜਦਕਿ ਕਿਸਾਨ ਮੰਗ ਕਰ ਰਹੇ ਨੇ ਕਿ ਉਸ ਨੂੰ ਬਰਖਾਸਤ ਕੀਤਾ ਜਾਵੇ। ਹਰਿਆਣਾ ਸਰਕਾਰ ਦੇ ਇਸ ਐਕਸ਼ਨ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਹੈ ਕਿ ਕਿਸਾਨਾਂ ਦਾ ਸਿਰ ਫੋੜਨ ਦਾ ਹੁਕਮ ਦੇਣ ਵਾਲੇ SDM ਦਾ ਤਬਾਦਲਾ ਆਮ ਬਦਲੀ ਵਾਂਗੂ ਹੀ ਹੈ। ਜਦੋਂ ਤੱਕ ਉਸ ਅਧਿਕਾਰੀ ਤੇ ਕਤਲ ਦਾ ਕੇਸ ਦਰਜ ਨਹੀਂ ਕੀਤਾ ਜਾਂਦਾ, 6 ਸਤੰਬਰ ਤੱਕ SDM ਨੂੰ ਬਰਖਾਸਤ ਨਹੀਂ ਕੀਤਾ ਜਾਂਦਾ, ਕਿਸਾਨਾਂ ਦਾ ਵਿਰੋਧ ਜਾਰੀ ਰਹੇਗਾ ਤੇ 7 ਸਤੰਬਰ ਤੋਂ ਕਰਨਾਲ ਦੇ ਵਿੱਚ ਮਿੰਨੀ ਸਕੱਤਰੇਤ ਦਾ ਕਿਸਾਨ ਘਿਰਾਓ ਸ਼ੁਰੂ ਕਰਨਗੇ ਕਿਉਂਕਿ ਹਰਿਆਣਾ ਸਰਕਾਰ SDM ਦਾ ਸਿੱਧਾ ਬਚਾਅ ਕਰ ਰਹੀ ਹੈ। ਕਿਸਾਨਾਂ ਨੇ ਕਿਹਾ ਕਿ SDM ਦੀ ਬਦਲੀ ਸਜ਼ਾ ਨਹੀਂ, ਉਤਸ਼ਾਹਿਤ ਕਰਨ ਦੇ ਨਾਲ ਤਰੱਕੀ ਵੀ ਹੈ।
ਹਰਿਆਣਾ ਸਰਕਾਰ ਕਾਤਲ ਅਫਸਰ ਨੂੰ ਬਚਾਉਣ ਦੀ ਫਾਲਤੂ ਕੋਸ਼ਿਸ਼ ਕਰ ਰਹੀ ਹੈ। ਕਿਸਾਨਾਂ ਨੇ ਸਰਕਾਰ ਨੂੰ ਇਹ ਵੀ ਸੁਨੇਹਾ ਭੇਜਿਆ ਹੈ ਕਿ ਸਿਰਫ ਅਸੀਂ ਵਿਰੋਧ ਨਹੀਂ ਕਰ ਰਹੇ, ਪੂਰੇ ਦੇਸ਼ ਵਿੱਚ ਵੱਖ-ਵੱਖ ਥਾਵਾਂ ਤੇ ਇਸ ਲਾਠੀ ਚਾਰਜ ਦਾ ਵਿਰੋਧ ਹੋ ਰਿਹਾ ਹੈ ਤੇ ਹੁਣ ਕਰਨਾਲ ਦੇ ਵਿੱਚ ਕਿਸਾਨਾਂ ਤੇ ਹੋਏ ਲਾਠੀ ਚਾਰਜ ਦਾ ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਪਹੁੰਚ ਗਿਆ ਹੈ। ਹਾਈ ਕੋਰਟ ਦੇ ਵਿੱਚ ਦਾਖਲ ਪਟੀਸ਼ਨ ਰਾਹੀਂ ਇਸ ਮਾਮਲੇ ਵਿੱਚ ਨਿਰਪੱਖ ਜਾਂਚ ਕਰਵਾਉਣ, ਕਥਿਤ ਦੋਸ਼ੀ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਕਰਨਾਲ ਦੇ ਕੁਝ ਵਿਅਕਤੀਆਂ ਦੇ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਇਹ ਪਟੀਸ਼ਨ ਦਾਖਲ ਕਰਕੇ ਇਸ ਮਾਮਲੇ ਦੀ ਜਾਂਚ ਹਾਈ ਕੋਰਟ ਦੇ ਸੇਵਾ ਮੁਕਤ ਜੱਜ ਤੋਂ ਕਰਵਾਉਣ ਦੀ ਮੰਗ ਕੀਤੀ ਗਈ ਹੈ। ਪਟੀਸ਼ਨ ਵਿੱਚ ਇਹ ਵੀ ਮੰਗ ਕੀਤੀ ਗਈ ਹੈ ਕਿ ਜੇਕਰ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਨਾਮ ਸਾਹਮਣੇ ਆਉਂਦਾ ਤਾਂ ਉਹਨਾਂ ਵਿਰੁੱਧ ਕਾਰਵਾਈ ਕੀਤੀ ਜਾਵੇ ਤੇ ਨਾਲ ਹੀ ਇੱਕ ਬੜੀ ਅਹਿਮ ਮੰਗ ਹੈ ਜਿਹੜੀ ਉਹ ਕੀਤੀ ਗਈ ਹੈ ਕਿ ਪੰਜਾਬ ਤੇ ਹਰਿਆਣਾ ਸਰਕਾਰ ਨੂੰ ਬਾਂਸ ਦੀ ਲੱਕੜ ਨਾਲ ਬਣੀ ਜਿਹੜੀ ਸੋਟੀ ਹੈ ਉਸ ਤੇ ਪਾਬੰਦੀ ਲਾਉਣੀ ਚਾਹੀਦੀ ਹੈ। ਪੋਲੀਕਾਰਬੋਨੇਟ ਲਾਠੀ ਦੀ ਵਰਤੋਂ ਕਰਨ ਦੇ ਲਈ ਅਦਾਲਤ ਦੇ ਵੱਲੋਂ ਹੁਕਮ ਦੇਣਾ ਚਾਹੀਦਾ ਹੈ ਦੋਵੇਂ ਸੂਬਿਆਂ ਦੀਆਂ ਸਰਕਾਰਾਂ ਤੋਂ, ਕਿਉਂਕਿ ਬਾਂਸ ਦੀ ਲੱਕੜ ਨਾਲ ਬਣੀ ਸੋਟੀ ਹੈ ਜਦੋਂ ਇਨਸਾਨ ਦੇ ਸਰੀਰ ਤੇ ਵੱਜਦੀ ਹੈ ਤਾਂ ਉਸ ਦਾ ਜਿਹੜਾ ਜ਼ਖਮ ਹੈ, ਉਸ ਦੀ ਜਿਹੜੀ ਸੱਟ ਹੈ ਉਹ ਬਹੁਤ ਹੀ ਡੂੰਘੀ ਹੁੰਦੀ ਹੈ। ਇਸ ਮਾਮਲੇ ਦੇ ਵਿੱਚ ਡੀਜੀਪੀ ਹਰਿਆਣਾ ਤੋਂ ਇਲਾਵਾ ਕਰਨਾਲ ਦੇ ਐਸਪੀ, ਡੀਐਸਪੀ, ਐਸਡੀਐਮ ਤੇ ਸੀਆਈਏ ਸਟਾਫ ਇੰਸਪੈਕਟਰ ਹਰਜਿੰਦਰ ਸਿੰਘ ਨੂੰ ਵੀ ਪਾਰਟੀ ਬਣਾਇਆ ਗਿਆ ਹੈ ਤੇ ਜ਼ਖਮੀ ਹੋਏ ਕਿਸਾਨਾਂ ਲਈ ਮੁਆਵਜ਼ਾ ਵੀ ਮੰਗਿਆ ਗਿਆ ਹੈ। ਕਿਸਾਨ ਲੀਡਰ ਬਲਵੀਰ ਸਿੰਘ ਰਾਜੇਵਾਲ ਇੱਕ ਪਾਸੇ ਕਿਸਾਨਾਂ ਨੂੰ ਕਹਿ ਰਹੇ ਨੇ ਕਿ ਬੀਜੇਪੀ ਲੀਡਰਾਂ ਦਾ ਘਿਰਾਓ ਕੀਤਾ ਜਾਵੇ, ਹੋਰ ਕਿਸੇ ਪਾਰਟੀ ਦੇ ਲੀਡਰ ਦਾ ਘਿਰਾਓ ਨਾ ਕੀਤਾ ਜਾਵੇ। ਬੀਜੇਪੀ ਲੀਡਰਾਂ ਦਾ ਘਿਰਾਓ ਕਰੋ ਪਰ ਦੂਸਰੀਆਂ ਪਾਰਟੀਆਂ ਦੇ ਲੀਡਰਾਂ ਤੋਂ ਸਵਾਲ ਪੁੱਛੋ। ਬਾਵਜੂਦ ਇਸ ਤੇ ਕਿਸਾਨਾਂ ਦੀ ਇੱਕ ਕਿਸਾਨ ਲੀਡਰ ਦੀ ਦੂਸਰੀ ਵਾਰੀ ਕੀਤੀ ਗਈ ਅਪੀਲ ਹੈ। ਸੰਯੁਕਤ ਕਿਸਾਨ ਮੋਰਚਾ ਤਾਂ ਕਈ ਵਾਰੀ ਸਾਂਝੇ ਤੌਰ ਤੇ ਅਪੀਲਾਂ ਕਰ ਹੀ ਚੁੱਕਿਆ। ਰਾਜੇਵਾਲ ਨੇ ਨਿੱਜੀ ਤੌਰ ਤੇ ਦੂਸਰੀ ਅਪੀਲ ਕੀਤੀ ਹੈ ਤੇ ਉਸ ਅਪੀਲ ਦੇ ਬਾਵਜੂਦ ਵੀ ਜਿਹੜਾ ਸੁਖਬੀਰ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਪੰਜਾਬ ਦੇ ਵਿੱਚ ਨਹੀਂ ਰੁਕ ਰਿਹਾ। ਮੋਗਾ ਦੀ ਗੱਲ ਹੈ, ਜਦੋਂ ਵੀਰਵਾਰ ਨੂੰ ਗੱਲ ਪੰਜਾਬ ਦੀ ਮੁਹਿੰਮ ਤਹਿਤ 100 ਦਿਨਾਂ ਦੇ ਕਾਫਲੇ ਤਹਿਤ ਸੁਖਬੀਰ ਬਾਦਲ ਮੋਗਾ ਦੀ ਅਨਾਜ ਮੰਡੀ ਦੇ ਵਿੱਚ ਪਹੁੰਚੇ ਤਾਂ ਪਹੁੰਚਣ ਤੋਂ ਪਹਿਲਾਂ ਹੀ ਕਿਰਤੀ ਤੇ ਕ੍ਰਾਂਤੀ ਕਿਸਾਨ ਯੂਨੀਅਨ ਦੀ ਅਗਵਾਈ ਵਿੱਚ ਸੈਂਕੜੇ ਕਿਸਾਨ ਜ਼ਿਲ੍ਹਾ ਸਕੱਤਰੇਤ ਸਾਹਮਣੇ ਪੁਲਿਸ ਦੀਆਂ ਰੋਕਾਂ ਤੋੜ ਕੇ ਪੰਡਾਲ 'ਚ ਪਹੁੰਚ ਗਏ। ਪੁਲਿਸ ਦੇ ਨਾਲ ਕਿਸਾਨਾਂ ਦਾ ਟਕਰਾਅ ਹੋ ਗਿਆ ਤੇ ਪੁਲਿਸ ਨੇ ਲਾਠੀ ਚਾਰਜ ਕਰ ਦਿੱਤਾ, ਜਿਹਦੇ ਵਿੱਚ 5 ਕਿਸਾਨ ਜ਼ਖਮੀ ਹੋ ਗਏ। ਧੱਕਾ ਮੁੱਕੀ ਦੇ ਵਿੱਚ ਕਿਸਾਨਾਂ ਦੀਆਂ ਦਸਤਾਰਾਂ ਤੱਕ ਲੈ ਗਈਆਂ, ਜਿਸ ਤੋਂ ਬਾਅਦ ਰੋਹ 'ਚ ਆਏ ਕਿਸਾਨਾਂ ਨੇ ਚੱਕਾ ਜਾਮ ਕਰਕੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ। ਇੱਥੇ ਹਾਲਾਤ ਤਣਾਅਪੂਰਨ ਬਣ ਗਏ ਸੀ। ਐਸਪੀ ਜਗਤਪ੍ਰੀਤ ਸਿੰਘ ਨੇ ਆਪਣੇ ਹੱਥ ਵਿੱਚ ਵੀ ਡਾਂਗ ਚੁੱਕ ਲਈ ਸੀ। ਜਦੋਂ ਪੰਡਾਲ ਕੋਲ ਪਹੁੰਚੇ ਕਿਸਾਨਾਂ ਤੇ ਪੁਲਿਸ ਨੇ ਮੁੜ ਪੂਰੀ ਤਾਕਤ ਦੇ ਨਾਲ ਲਾਠੀ ਚਾਰਜ ਕੀਤਾ, ਪਾਣੀ ਦੀਆਂ ਬੁਛਾੜਾਂ ਮਾਰੀਆਂ, ਜਿਹਦੇ ਵਿੱਚ ਕਈ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ। ਦੂਸਰੀ ਵਾਰੀ ਇਹ ਲਾਠੀ ਚਾਰਜ ਕੀਤਾ ਤਾਂ ਫਿਰ ਰੋਹ 'ਚ ਆਏ ਕਿਸਾਨਾਂ ਨੇ ਦਰਜਨਾਂ ਦੇ ਕਰੀਬ ਨਿੱਜੀ ਵਾਹਨਾਂ ਦੀ ਭੰਨ-ਤੋੜ ਵੀ ਕੀਤੀ। ਪੁਲਿਸ ਨੇ ਪੱਤਰਕਾਰਾਂ ਨੂੰ ਵੀ ਧੱਕੇ ਮਾਰੇ, ਕਈ ਪੱਤਰਕਾਰਾਂ ਦੀਆਂ ਵੀ ਦਸਤਾਰਾਂ ਲੱਥ ਗਈਆਂ ਤੇ ਉਹਨਾਂ ਦੇ ਕੈਮਰੇ ਵੀ ਖੋਹ ਲਏ ਗਏ। ਇਹ ਕਾਨੂੰਨੀ ਘਟਨਾ ਹੈ ਸਰਕਾਰ ਦੀ, ਜਿਹੜਾ ਨਿਹੱਥਿਆਂ ਨੂੰ ਸਰਕਾਰ ਪੁਲਿਸ ਵਾਲਿਆਂ ਨੇ ਬੁਰੀ ਤਰ੍ਹਾਂ ਕੁੱਟਿਆ ਹੈ। ਅਸੀਂ ਉਹਦੀ ਕੜੇ ਸ਼ਬਦਾਂ 'ਚ ਨਿਖੇਧੀ ਕਰਦੇ ਹਾਂ ਤੇ ਭਰਾਵੋ ਪੰਜਾਬ ਵਾਲਿਓ, ਜੇ ਕਿਤੇ ਸਾਡੀ ਲੋੜ ਹੈ ਸਾਨੂੰ ਦੱਸਿਓ, ਅਸੀਂ ਵੀ ਪਹੁੰਚਾਂਗੇ। ਜਿਹੜੀ ਸਾਡੀ ਹੈਲਪ ਦੀ ਲੋੜ ਹੈ ਪੂਰਾ ਹਰਿਆਣਾ ਤੁਹਾਡੇ ਨਾਲ ਖੜੇਗਾ। ਤੇ ਆਹ ਜਿਹੜੀ ਘਟਨਾ ਹੈ, ਜਗ੍ਹਾ ਜਗ੍ਹਾ ਤੇ ਡੰਡੇ ਮਾਰਨਾ, ਜਗ੍ਹਾ ਜਗ੍ਹਾ ਤੇ ਲਾਠੀ ਚਾਰਜ ਕਰਨਾ, ਇਹਦੀ ਅਸੀਂ ਕੜੇ ਸ਼ਬਦਾਂ 'ਚ ਨਿਖੇਧੀ ਕਰਦੇ ਹਾਂ ਤੇ ਇਹ ਸਰਕਾਰ ਦਾ ਕਰੂਰ ਰਵੱਈਆ ਜਿਹੜਾ ਹੈ ਇਹ ਕਿਸੇ ਹਾਲਤ ਬਰਦਾਸ਼ਤ ਨਹੀਂ ਹੋਏਗਾ। ਤੇ ਪੰਜਾਬ ਦੇ ਕਿਸਾਨਾਂ ਨੂੰ, ਪੰਜਾਬ ਦੇ ਭਰਾਵਾਂ ਨੂੰ ਅਸੀਂ ਇਹ ਬੇਨਤੀ ਕਰਦੇ ਹਾਂ ਵੀ ਹਰ ਜਗ੍ਹਾ ਆਪਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਮੁਕਾਬਲਾ ਕਰਨਾ ਹੈ। ਜੇ ਇੱਕ ਜਗ੍ਹਾ ਕਿਸੇ ਤੇ ਲਾਠੀ ਚਾਰਜ ਹੁੰਦਾ ਤੇ ਪੂਰਾ ਪੰਜਾਬ ਉਹਦੇ ਨਾਲ ਖੜ ਜੇ ਤੇ ਪੂਰਾ ਹਰਿਆਣਾ ਵੀ ਤੁਹਾਡੇ ਨਾਲ ਖੜਨ ਵਾਸਤੇ ਤਿਆਰ ਹੈ। ਤੇ ਅਸੀਂ ਇਹਦੀ ਕੜੇ ਸ਼ਬਦਾਂ 'ਚ ਨਿਖੇਧੀ ਕਰਦੇ ਹੋਏ ਪੰਜਾਬ ਦੇ ਭਰਾਵਾਂ ਨੂੰ ਬੇਨਤੀ ਕਰਾਂਗੇ ਵੀ ਜੇ ਸਾਡੀ ਕਿਤੇ ਲੋੜ ਹੈ ਤੇ ਸਾਨੂੰ ਮੈਸੇਜ ਦੇ ਦਿਆ ਜੇ, ਸਾਨੂੰ ਟੈਲੀਫੋਨ ਕਰ ਦਿਆ ਜੇ, ਅਸੀਂ ਉੱਥੇ ਪਹੁੰਚਾਂਗੇ ਵੀ ਅਸੀਂ ਹਰ ਤਰ੍ਹਾਂ ਦੀ ਮਦਦ ਪੰਜਾਬ ਦੇ ਭਰਾਵਾਂ ਦੀ ਕਰਾਂਗੇ। ਤੇ ਇਸ ਵਿਰੋਧ ਤੇ ਪ੍ਰਤੀਕਰਮ ਦਿੰਦਿਆਂ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਿਸਾਨ ਸਾਡੀਆਂ ਰੈਲੀਆਂ ਦਾ ਵਿਰੋਧ ਨਹੀਂ ਕਰ ਰਹੇ, ਸਗੋਂ ਇਹ ਵਿਰੋਧ ਸਿਆਸੀ ਪਾਰਟੀਆਂ ਦੇ ਵਰਕਰ ਕਰ ਰਹੇ ਨੇ। ਵਿਰੋਧ ਕਰਨ ਵਾਲੇ ਕਿਸਾਨ ਨਹੀਂ ਹੈਗੇ, ਸਿਆਸੀ ਪਾਰਟੀਆਂ ਦੇ ਵਰਕਰ ਹੈਗੇ ਨੇ। ਮਜੀਠੀਆ ਨੇ ਸਿਆਸੀ ਲੀਡਰਾਂ ਦੀਆਂ ਫੋਟੋਆਂ ਵੀ ਜਨਤਕ ਕੀਤੀਆਂ ਤੇ ਮੋਗੇ ਵਿੱਚ ਇਸ ਘਟਨਾ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਨੇ ਬਿਆਨ ਦਿੰਦਿਆਂ ਲਾਠੀ ਚਾਰਜ ਦੀ ਸਖਤ ਨਿਖੇਧੀ ਕੀਤੀ ਹੈ, ਅਧਿਕਾਰੀਆਂ ਵਿਰੁੱਧ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਕਿਸਾਨ ਮੋਰਚੇ ਦੇ ਲੀਡਰਾਂ ਨੇ ਕਿਹਾ ਕਿ ਸਾਡੇ ਜਿਹੜੇ ਕਿਸਾਨ ਸੀਗੇ ਉਹਨਾਂ ਤੇ ਉਸ ਵਕਤ ਲਾਠੀ ਚਾਰਜ ਕੀਤਾ ਗਿਆ ਜਦੋਂ ਸ਼ਾਂਤੀਪੂਰਵਕ ਅਕਾਲੀ ਦਲ ਦੇ ਲੀਡਰ ਸੁਖਬੀਰ ਬਾਦਲ ਨਾਲ ਗੱਲਬਾਤ ਕਰਨ ਦੇ ਲਈ ਜਾ ਰਹੇ ਸੀ। ਇੱਕ ਖਬਰ ਉੱਤਰ ਪ੍ਰਦੇਸ਼ ਤੋਂ ਆ ਰਹੀ ਹੈ, ਕਿਸਾਨਾਂ ਦੇ ਨਾਲ ਜੁੜੀ ਖਬਰ ਹੈ ਤੇ ਬੜੀ ਹੈਰਾਨੀਜਨਕ ਖਬਰ ਹੈ ਕਿ ਹੁਣ RSS ਦੇ ਨਾਲ ਜੁੜਿਆ ਹੋਇਆ ਕਿਸਾਨ ਸੰਘ ਵੀ ਮੋਦੀ ਸਰਕਾਰ ਦੇ ਖਿਲਾਫ ਦੇਸ਼ ਵਿਆਪੀ ਧਰਨੇ ਲਾਏਗਾ।
ਆਰਐਸਐਸ ਦੀ ਸਹਿਯੋਗੀ ਭਾਰਤੀ ਕਿਸਾਨ ਸੰਘ ਨੇ ਕਿਸਾਨਾਂ ਨੂੰ ਉਪਜ ਦਾ ਲਾਭਕਾਰੀ ਮੁੱਲ ਦੇਣ ਦੀ ਮੰਗ ਸੰਬੰਧੀ ਦਿੱਤੇ ਅਲਟੀਮੇਟਮ ਦੇ ਬਾਵਜੂਦ ਬੀਜੇਪੀ ਸਰਕਾਰ ਦੇ ਵੱਲੋਂ ਕੋਈ ਭਰੋਸਾ ਨਾ ਦੇਣ ਦੇ ਵਿਰੋਧ ਵਿੱਚ 8 ਸਤੰਬਰ ਨੂੰ ਦੇਸ਼ ਦੇ ਹਰ ਜ਼ਿਲ੍ਹਾ ਮੁੱਖ ਦਫ਼ਤਰ ਮੂਹਰੇ ਧਰਨੇ ਦੇਣ ਦਾ ਫੈਸਲਾ ਲਿਆ। ਭਾਰਤੀ ਕਿਸਾਨ ਸੰਘ ਦੇ ਰਾਸ਼ਟਰੀ ਖਜ਼ਾਨਚੀ ਯੁਗਲ ਕਿਸ਼ੋਰ ਮਿਸ਼ਰਾ ਨੇ ਬਲੀਆ ਜ਼ਿਲ੍ਹੇ ਦੇ ਨਾਗਰਾ ਕਸਬੇ ਦੇ ਵਿੱਚ ਜਿਹੜੀ ਆਪਣੇ ਵਰਕਰਾਂ ਦੇ ਨਾਲ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ ਕਿ ਅਸੀਂ ਕਿਸਾਨਾਂ ਨੂੰ ਉਪਜ ਦਾ ਢੁਕਵਾਂ ਮੁੱਲ ਦੇਣ ਲਈ ਮੋਦੀ ਸਰਕਾਰ ਨੂੰ 31 ਅਗਸਤ ਤੱਕ ਦਾ ਜਿਹੜਾ ਅਲਟੀਮੇਟਮ ਦਿੱਤਾ ਸੀ ਕਿ 31 ਅਗਸਤ ਤੱਕ ਫੈਸਲਾ ਕਰ ਲਓ, ਪਰ ਸਰਕਾਰ ਨੇ ਕੋਈ ਵੀ ਚੰਗਾ ਸੰਕੇਤ ਨਹੀਂ ਦਿੱਤਾ। ਇਸ ਕਰਕੇ ਅਸੀਂ ਸੰਘਰਸ਼ ਦਾ ਫੈਸਲਾ ਲਿਆ ਹੈ। ਤੇ ਯੂਪੀ ਦੇ ਮੁਜ਼ੱਫਰਨਗਰ ਦੇ ਵਿੱਚ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ 5 ਸਤੰਬਰ ਨੂੰ ਰੈਲੀ ਕੀਤੀ ਜਾ ਰਹੀ ਹੈ, ਉਸ ਦੀਆਂ ਤਿਆਰੀਆਂ ਨੇ ਜਿਹੜੀਆਂ ਪੂਰੀਆਂ ਚੱਲ ਰਹੀਆਂ ਨੇ, ਪਰ ਜਿਹੜਾ ਮੀਂਹ ਕਾਰਨ ਇਸ ਕਾਨਫਰੰਸ ਦੀਆਂ ਤਿਆਰੀਆਂ ਪ੍ਰਭਾਵਿਤ ਵੀ ਹੋਈਆਂ ਨੇ। ਮੀਂਹ ਕਾਰਨ ਮੁੱਖ ਪੰਡਾਲ ਲਾਉਣ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਪੰਜਾਬ, ਹਰਿਆਣਾ, ਯੂਪੀ ਤੇ ਪੂਰੇ ਦੇਸ਼ ਦੀਆਂ ਵੱਖ-ਵੱਖ ਥਾਵਾਂ ਤੋਂ ਕਿਸਾਨ ਇਸ ਮਹਾ ਪੰਚਾਇਤ ਦੇ ਵਿੱਚ ਸ਼ਾਮਿਲ ਹੋਣ ਜਾ ਰਹੇ ਨੇ। ਕਿਸਾਨ ਮੋਰਚੇ ਨੇ ਕਿਹਾ ਕਿ ਤਿਆਰੀਆਂ ਪੂਰੇ ਜੋਸ਼ ਦੇ ਵਿੱਚ ਨੇ। ਜ਼ਿਲ੍ਹਿਆਂ ਦੇ ਵਿੱਚ ਤਿਆਰੀਆਂ ਸੰਬੰਧੀ ਬੈਠਕਾਂ ਹੋ ਰਹੀਆਂ ਨੇ। ਕਿਸਾਨ ਹਜ਼ਾਰਾਂ ਦੀ ਗਿਣਤੀ ਵਿੱਚ ਲਾਮਬੰਦ ਹੋ ਰਹੇ ਨੇ। ਕਿਸਾਨਾਂ ਦਾ ਉਤਸ਼ਾਹ ਆਪਣੇ ਸਿਖਰ ਤੇ ਹੈ ਤੇ ਇਹ ਸਾਡੀ ਇਤਿਹਾਸਿਕ ਇਕੱਤਰਤਾ ਹੋਏਗੀ, ਇਤਿਹਾਸਿਕ ਇਕੱਠ ਹੋਏਗਾ। ਹੁਣ ਗੱਲ ਕਰਾਂਗੇ ਕਾਂਗਰਸ ਦੇ ਕਲੇਸ਼ ਦੀ। ਸੂਬੇ ਦੇ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਤੋਂ ਪਹਿਲਾਂ ਪੰਜਾਬ ਕਾਂਗਰਸ 'ਚ ਸ਼ੁਰੂ ਹੋਇਆ ਕਲੇਸ਼ ਹਾਲੇ ਵੀ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਮੋਰਚਾ ਖੋਲ੍ਹਣ ਵਾਲੇ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਇੱਕ ਹੋਰ ਝਟਕਾ ਲੱਗਿਆ। ਨਵਜੋਤ ਸਿੰਘ ਸਿੱਧੂ ਇੱਕ ਦਿਨ ਪਹਿਲਾਂ ਦਿੱਲੀ ਗਏ ਸੀ, ਕਾਂਗਰਸ ਹਾਈਕਮਾਨ ਨੂੰ ਮਿਲਣਾ ਚਾਹੁੰਦੇ ਸੀ, ਪਰ ਉਹਨਾਂ ਦੀ ਮੁਲਾਕਾਤ ਸੰਭਵ ਨਹੀਂ ਹੋ ਸਕੀ। ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਮਸਲਾ ਸੁਲਝਾਉਣ ਦੇ ਲਈ ਚੰਡੀਗੜ੍ਹ ਦੇ ਵਿੱਚ ਨੇ, ਪਰ ਬਾਵਜੂਦ ਇਸ ਦੇ ਪ੍ਰਦੇਸ਼ ਕਾਂਗਰਸ ਪ੍ਰਧਾਨ ਸਿੱਧੂ ਹਾਈਕਮਾਨ ਨੂੰ ਮਿਲਣ ਲਈ ਦਿੱਲੀ ਚਲੇ ਗਏ, ਪਰ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਹਾਈਕਮਾਨ ਨੇ ਮੁਲਾਕਾਤ ਦਾ ਸਮਾਂ ਨਹੀਂ ਦਿੱਤਾ। ਨਾ ਹੀ ਨਵਜੋਤ ਸਿੰਘ ਸਿੱਧੂ ਦੀ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਦੇ ਨਾਲ ਮੁਲਾਕਾਤ ਹੋ ਸਕੀ, ਨਾ ਹੀ ਰਾਹੁਲ ਗਾਂਧੀ ਦੇ ਨਾਲ। ਸੋ ਸਿੱਧੂ ਨੂੰ ਸਮਾਂ ਨਹੀਂ ਮਿਲਿਆ ਤੇ ਬਿਨਾਂ ਮੁਲਾਕਾਤ ਤੋਂ ਹੀ ਵਾਪਸ ਪਰਤ ਆਏ ਨੇ। ਤੇ ਪੰਜਾਬ ਕਾਂਗਰਸ ਦਾ ਕਲੇਸ਼ ਖਤਮ ਕਰਨ ਦੇ ਲਈ ਜਿਹੜੀ ਪੰਜਾਬ ਸਰਕਾਰ ਅਤੇ ਪੰਜਾਬ ਕਾਂਗਰਸ ਦੇ ਵਿਚਾਲੇ ਵਧੇਰੇ ਤਾਲਮੇਲ ਵਾਸਤੇ ਕਮੇਟੀ ਬਣਾਈ ਗਈ ਸੀ, 10 ਮੈਂਬਰੀ ਕਮੇਟੀ, ਉਸ ਦੀ 2 ਸਤੰਬਰ ਨੂੰ ਪਹਿਲੀ ਮੀਟਿੰਗ ਹੋਣੀ ਸੀ ਤੇ ਪਹਿਲੀ ਮੀਟਿੰਗ ਹੀ ਪੋਸਟਪੋਨ ਹੋ ਗਈ। ਬਾਅਦ ਦੁਪਹਿਰ 2:30 ਵਜੇ ਇਹ ਮੀਟਿੰਗ ਰੱਖੀ ਗਈ ਸੀ, ਪਰ ਇਹ ਪੋਸਟਪੋਨ ਹੋ ਗਈ। ਮੰਨਿਆ ਜਾ ਰਿਹਾ ਕਿ ਸਿੱਧੂ ਦਿੱਲੀ ਵਿੱਚ ਹੋਣ ਕਰਕੇ ਇਹ ਮੀਟਿੰਗ ਹੈ ਜਿਹੜੀ ਰੱਦ ਕੀਤੀ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਨੇ ਇਹ 10 ਮੈਂਬਰੀ ਕਮੇਟੀ ਬਣਾਈ ਸੀ। ਤੇ ਇਸੇ ਦਰਮਿਆਨ ਕੈਪਟਨ ਅਮਰਿੰਦਰ ਸਿੰਘ ਨੇ ਉਸ ਖਬਰ ਦਾ ਖੰਡਨ ਕੀਤਾ ਹੈ ਜਿਹਦੇ ਵਿੱਚ ਇਹ ਕਿਹਾ ਗਿਆ ਕਿ ਹਰੀਸ਼ ਰਾਵਤ ਦੇ ਨਾਲ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਮੀਟਿੰਗ ਹੋਈ ਹੈ, ਉਸ ਦੇ ਵਿੱਚ ਕੈਬਨਿਟ ਦੇ ਰੀਸ਼ਫਲ ਨੂੰ ਲੈ ਕੇ ਗੱਲਬਾਤ ਕੀਤੀ ਗਈ ਹੈ। ਮੀਡੀਆ ਦੇ ਇੱਕ ਹਿੱਸੇ ਨੇ ਇਹ ਖਬਰ ਛਾਪੀ ਸੀ, ਪਰ ਮੁੱਖ ਮੰਤਰੀ ਨੇ ਖੁਦ ਇਸ ਖਬਰ ਦਾ ਖੰਡਨ ਕੀਤਾ ਹੈ। ਕੈਪਟਨ ਦੇ ਮੀਡੀਆ ਸਲਾਹਕਾਰ ਰਵੀਨ ਠਕਰਾਲ ਨੇ ਟਵੀਟ ਕਰਕੇ ਕਿਹਾ ਕਿ ਹਰੀਸ਼ ਰਾਵਤ ਨਾਲ ਕਿਸੇ ਵੀ ਕੈਬਨਿਟ ਰੀਸ਼ਫਲ ਦੇ ਮੁੱਦੇ ਤੇ ਕੋਈ ਵੀ ਚਰਚਾ ਨਹੀਂ ਆਈ, ਸੋ ਕਿਸੇ ਵੀ ਮੰਤਰੀ ਨੂੰ ਰੱਖਣ ਜਾਂ ਕੱਢਣ ਦਾ ਸਵਾਲ ਕਿੱਥੋਂ ਆ ਗਿਆ। ਮੀਟਿੰਗ ਦੇ ਵਿੱਚ ਸਿਰਫ 5 ਨੁਕਤਿਆਂ ਬਾਰੇ ਚਰਚਾ ਹੋਈ ਹੈ ਜੋ ਪਹਿਲਾਂ ਵੀ ਚੁੱਕੇ ਗਏ ਸੀ। ਮੁੱਖ ਮੰਤਰੀ ਨੇ ਹਰੀਸ਼ ਰਾਵਤ ਨੂੰ ਆਪਣੀ ਸਰਕਾਰ ਵੱਲੋਂ ਚੁੱਕੇ ਕਦਮਾਂ ਬਾਰੇ ਜਾਣੂ ਕਰਵਾ ਦਿੱਤਾ। ਮੀਡੀਆ ਨੂੰ ਬੇਨਤੀ ਹੈ ਕਿ ਕਿਆਸ ਅਰਾਈਆਂ ਦੇ ਵਿੱਚ ਨਾ ਹੀ ਪੈਣ ਤਾਂ ਚੰਗਾ ਹੋਊਗਾ। ਚੰਡੀਗੜ੍ਹ ਪਹੁੰਚੇ ਹੋਏ ਹਰੀਸ਼ ਰਾਵਤ ਨੇ ਵੀਰਵਾਰ ਨੂੰ ਮੁੜ ਬਿਆਨ ਦਿੱਤਾ ਹੈ ਤੇ ਕਾਂਗਰਸ ਦੇ ਵਿੱਚ ਸਭ ਕੁਝ ਠੀਕ ਨਹੀਂ ਹੈ। ਉਹਨਾਂ ਦੇ ਬਿਆਨ ਤੋਂ ਬਾਅਦ ਇਹ ਮਹਿਸੂਸ ਹੁੰਦਾ ਹੈ ਕਿਉਂਕਿ ਮੀਡੀਆ ਨਾਲ ਗੱਲਬਾਤ ਕਰਦਿਆਂ ਕੈਪਟਨ ਤੋਂ ਨਾਰਾਜ਼ ਮੰਤਰੀਆਂ ਬਾਰੇ ਹਰੀਸ਼ ਰਾਵਤ ਨੇ ਕਿਹਾ ਕਿ ਜਿਹੜੇ ਮੰਤਰੀ ਮੈਨੂੰ ਮਿਲਣ ਨਹੀਂ ਆਏ, ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਜੇਕਰ ਉਹ ਮੈਨੂੰ ਮਿਲਣ ਆਉਂਦੇ ਤਾਂ ਮੀਡੀਆ ਪੂਰੇ ਦੌਰੇ ਨੂੰ ਇਸ ਦੇ ਨਾਲ ਹੀ ਜੋੜ ਦਿੰਦਾ। ਸੀਐਮ ਕੈਪਟਨ ਦੀ ਵੀ ਪ੍ਰਸ਼ੰਸਾ ਕੀਤੀ। ਰਾਵਤ ਨੇ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਸਰਕਾਰ ਹੈ ਉਹਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਨੇ ਕਈ ਅਜਿਹੇ ਕੰਮ ਕੀਤੇ ਨੇ ਜੋ ਬਹੁਤ ਵਧੀਆ ਨੇ, ਪਰ ਅਸੀਂ ਉਹਨਾਂ ਦੇ ਕੰਮਾਂ ਦੀ ਪ੍ਰਸ਼ੰਸਾ ਨਹੀਂ ਕਰ ਸਕੇ। ਅਮਰਿੰਦਰ ਸਿੰਘ ਸਰਕਾਰ ਦੀ ਬਦੌਲਤ ਹੀ ਹੈ ਕਿ ਉਹਨਾਂ ਨੇ ਬਰਗਾੜੀ ਮਾਮਲੇ ਨੂੰ ਸੀਬੀਆਈ ਦੇ ਚੁੰਗਲ ਵਿੱਚੋਂ ਜਾਣ ਤੋਂ ਬਚਾ ਲਿਆ। ਇਸੇ ਦਰਮਿਆਨ ਕੈਬਨਿਟ ਮੰਤਰੀ ਰਾਣਾ ਸੋਢੀ ਨੇ ਕਿਹਾ ਕਿ ਕੈਪਟਨ ਦੀ ਅਗਵਾਈ ਦੇ ਵਿੱਚ ਹੀ 2022 ਦੀਆਂ ਚੋਣਾਂ ਲੜੀਆਂ ਜਾਣਗੀਆਂ, ਹਜੇ ਕੋਈ ਵੀ ਚਿਹਰਾ ਨਹੀਂ ਬਦਲਿਆ ਜਾ ਸਕਦਾ। 3 ਸਤੰਬਰ ਸ਼ੁੱਕਰਵਾਰ ਨੂੰ ਪੰਜਾਬ ਵਿਧਾਨ ਸਭਾ ਦਾ 1 ਦਿਨਾਂ ਦਾ ਸੈਸ਼ਨ ਹੋ ਰਿਹਾ ਹੈ ਤੇ ਇਸੇ ਦਰਮਿਆਨ ਪੰਜਾਬ ਕਾਂਗਰਸ ਲੈਜਿਸਲੇਟਿਵ ਪਾਰਟੀ ਨੇ ਵਿਪ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਵਿਧਾਨ ਸਭਾ ਦਾ ਜਿਹੜਾ ਸੈਸ਼ਨ 3 ਸਤੰਬਰ ਨੂੰ ਚੰਡੀਗੜ੍ਹ ਦੇ ਸੈਕਟਰ 1 ਵਿੱਚ ਵਿਧਾਨ ਸਭਾ ਭਵਨ ਦੇ ਵਿੱਚ ਸਵੇਰੇ 10 ਵਜੇ ਹੋ ਰਿਹਾ ਹੈ। ਪੰਜਾਬ ਕਾਂਗਰਸ ਦੇ ਸਾਰੇ ਵਿਧਾਇਕਾਂ ਨੂੰ ਸਵੇਰੇ 9:30 ਵਜੇ ਵਿਧਾਨ ਸਭਾ ਪਹੁੰਚਣ ਦੇ ਲਈ ਕਹਿ ਦਿੱਤਾ ਗਿਆ, ਯਾਨੀ ਕਿ ਸੈਸ਼ਨ ਸ਼ੁਰੂ ਹੋਣ ਤੋਂ ਅੱਧਾ ਘੰਟਾ ਪਹਿਲਾਂ ਸਭ ਨੂੰ ਬੁਲਾਇਆ ਗਿਆ ਤੇ ਵਿਪ ਜਾਰੀ ਕੀਤਾ ਗਿਆ। ਵਿਪ ਦਾ ਮਤਲਬ ਹੁੰਦਾ ਹੈ ਕਿ ਇਸ ਦੀ ਪਾਲਣਾ ਹਰ ਹਾਲ ਦੇ ਵਿੱਚ ਕਰਨੀ ਪੈਂਦੀ ਹੈ, ਸਾਰੇ ਵਿਧਾਇਕਾਂ ਨੂੰ ਪਹੁੰਚਣਾ ਪਵੇਗਾ। ਵਿਪ ਹਰਦਿਆਲ ਸਿੰਘ ਕੰਪੋਜ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਤੇ ਇਹ ਜਿਹੜਾ ਸੈਸ਼ਨ 1 ਦਿਨਾਂ ਬੁਲਾਇਆ ਗਿਆ ਖਾਸ ਕਰਕੇ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਉਲੀਕਣ ਸੰਬੰਧੀ ਉਹਨਾਂ ਤੇ ਵਿਚਾਰ ਵਟਾਂਦਰਾ ਕਰਨ
ਕਰਨ ਸੰਬੰਧੀ ਬੁਲਾਇਆ ਗਿਆ ਹੈ ਤੇ ਇਸ ਸੈਸ਼ਨ ਦੇ ਵਿੱਚ ਸ਼ਾਮਿਲ ਹੋਣ ਲਈ ਦੇਸ਼ ਦੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਅਤੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਵੀ ਖਾਸ ਸੱਦਾ ਭੇਜਿਆ ਗਿਆ ਹੈ। ਬਠਿੰਡਾ ਦੇ ਤਲਵੰਡੀ ਸਾਬੋ ਤੋਂ ਇੱਕ ਅਹਿਮ ਖਬਰ ਸਾਹਮਣੇ ਆਈ ਹੈ, ਜਿੱਥੇ ਕਾਂਗਰਸ ਦੀ ਇੱਕ ਮੀਟਿੰਗ ਦੇ ਵਿੱਚ ਫਾਇਰਿੰਗ ਦੀ ਸੂਚਨਾ ਮਿਲੀ ਹੈ। ਫਾਇਰਿੰਗ ਦੇ ਵਿੱਚ 2 ਲੋਕ ਜ਼ਖਮੀ ਵੀ ਹੋਏ ਨੇ। ਕਾਂਗਰਸ ਦੇ ਹਲਕਾ ਇੰਚਾਰਜ ਖੁਸ਼ਵਾਜ਼ ਜਟਾਣਾ ਦੀ ਜਨ ਸਭਾ ਦੇ ਵਿੱਚ ਇਹ ਘਟਨਾ ਵਾਪਰੀ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਇਹ ਮਿਲ ਰਹੀ ਹੈ ਕਿ ਜਟਾਣਾ ਦੇ ਗਨਮੈਨ ਦੀ ਬੰਦੂਕ ਚੋਂ ਇਹ ਗੋਲੀ ਚੱਲੀ ਹੈ। ਇੱਥੇ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਹੋਏ ਸੀ। ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਹੀ ਇੱਕ ਹੋਰ ਖਬਰ ਹੈ। ਸਾਬਕਾ ਫੌਜ ਮੁਖੀ ਜਨਰਲ ਜੇ ਸਿੰਘ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ ਤੇ ਕੈਪਟਨ ਖਿਲਾਫ ਉਹਨਾਂ ਨੂੰ ਮੁੜ ਪਟਿਆਲਾ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾ ਸਕਦਾ ਹੈ। ਜਨਰਲ ਜੇ ਸਿੰਘ ਨੂੰ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਪਾਰਟੀ ਵਿੱਚ ਸ਼ਾਮਿਲ ਕਰਵਾ ਕੇ ਪਟਿਆਲਾ ਤੋਂ ਹੀ ਟਿਕਟ ਦਿੱਤੀ ਸੀ, ਜਿੱਥੇ ਜਨਰਲ ਜੇ ਸਿੰਘ ਨੇ ਮੁਕਾਬਲਾ ਦੇਣਾ ਤਾਂ ਦੂਰ ਨੇੜੇ ਤੇੜੇ ਵੀ ਕੈਪਟਨ ਦੇ ਸਾਹਮਣੇ ਨਹੀਂ ਖੜ ਸਕੇ ਸੀ। ਉਸ ਤੋਂ ਬਾਅਦ ਜਨਰਲ ਜੇ ਸਿੰਘ ਨੇ ਇਲਜ਼ਾਮ ਵੀ ਲਾਏ ਸੀ ਜਨਤਕ ਤੌਰ ਤੇ ਕਿ ਅਕਾਲੀ ਦਲ ਨੇ ਜਾਣਬੁੱਝ ਕੇ ਮੈਨੂੰ ਬਦਨਾਮ ਕਰਨ ਦੇ ਲਈ ਇਹ ਜਿਹੜੀ ਚਾਲ ਚੱਲੀ, ਮੈਨੂੰ ਜਾਣਬੁੱਝ ਕੇ ਕੈਪਟਨ ਦੇ ਖਿਲਾਫ ਖੜਾ ਕੀਤਾ ਗਿਆ। ਕਾਂਗਰਸ ਦੀ ਕੌਮੀ ਲੀਡਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਦੇਸ਼ ਵਿੱਚ ਵੱਧ ਰਹੀ ਮਹਿੰਗਾਈ ਨੂੰ ਲੈ ਕੇ ਮੋਦੀ ਸਰਕਾਰ ਨੂੰ ਨਿਸ਼ਾਨੇ ਤੇ ਲਿਆ। ਗੰਨੇ ਦੇ ਭਾਅ ਬਾਰੇ ਬੋਲਦਿਆਂ ਪ੍ਰਿਯੰਕਾ ਨੇ ਕਿਹਾ ਕਿ ਪਿਛਲੇ 3 ਸਾਲ ਵਿੱਚ ਗੰਨੇ ਦੇ ਭਾਅ ਵਿੱਚ ਤਾਂ ਕੋਈ ਵਾਧਾ ਨਹੀਂ ਹੋਇਆ, ਜਦਕਿ ਰਸੋਈ ਗੈਸ, ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਨੇ, ਪਰ ਗੰਨੇ ਦਾ ਮੁੱਲ 3 ਸਾਲ ਤੋਂ ਕਿਉਂ ਨਹੀਂ ਵਧਿਆ। ਜਲਿਆਂਵਾਲੇ ਬਾਗ ਦਾ ਜਿਹੜਾ ਨਵੀਨੀਕਰਨ ਕੀਤਾ ਗਿਆ ਹੈ, ਉਸ ਦਾ ਵਿਰੋਧ ਰੁਕ ਨਹੀਂ ਰਿਹਾ। ਜਿੱਥੇ ਸ਼ਹੀਦਾਂ ਦੇ ਪਰਿਵਾਰ ਇਸ ਦਾ ਵਿਰੋਧ ਕਰ ਰਹੇ ਨੇ, ਉੱਥੇ ਲੋਕਾਂ ਦੇ ਵੱਲੋਂ ਵੀ ਤਿੱਖਾ ਵਿਰੋਧ ਕੀਤਾ ਗਿਆ ਹੈ। ਬ੍ਰਿਟਿਸ਼ ਇਤਿਹਾਸਕਾਰ ਕਿਮ ਏ ਵੈਗਨਰ, ਜਿਨ੍ਹਾਂ ਨੇ ਜਲਿਆਂਵਾਲਾ ਬਾਗ ਐਨ ਐਮਪਾਇਰ ਆਫ ਫੇਅਰ ਐਂਡ ਦ ਮੇਕਿੰਗ ਆਫ ਏ ਮੈਸੇਕਰ ਕਿਤਾਬ ਲਿਖੀ ਹੈ, ਉਹਨਾਂ ਨੇ ਵੀ ਟਵੀਟ ਕੀਤਾ ਹੈ। ਇਸ ਬਾਰੇ ਕਿਹਾ ਹੈ ਕਿ ਇਹ ਸੁਣ ਕੇ ਬਹੁਤ ਦੁੱਖ ਹੋਇਆ ਹੈ ਕਿ ਜਲਿਆਂਵਾਲਾ ਬਾਗ 1919 ਦੇ ਅੰਮ੍ਰਿਤਸਰ ਕਤਲੇਆਮ ਵਾਲੀ ਜਗ੍ਹਾ ਨੂੰ ਮੁੜ ਸੁਰਜੀਤ ਕੀਤਾ ਗਿਆ ਹੈ। ਇਸ ਦਾ ਅਰਥ ਇਹ ਨਿਕਲਦਾ ਹੈ ਕਿ ਘਟਨਾ ਦੇ ਆਖਰੀ ਨਿਸ਼ਾਨ ਬੜੀ ਚਲਾਕੀ ਦੇ ਨਾਲ ਮਿਟਾ ਦਿੱਤੇ ਗਏ ਨੇ। ਇਹੀ ਹੈ ਜੋ ਮੈਂ ਆਪਣੀ ਕਿਤਾਬ ਵਿੱਚ ਯਾਦਗਾਰ ਬਾਰੇ ਲਿਖਿਆ। ਇਹ ਇੱਕ ਅਜਿਹੀ ਥਾਂ ਦਾ ਵਰਣਨ ਕਰਦਾ ਹੈ ਜੋ ਹੁਣ ਆਪਣੇ ਆਪ ਦੇ ਵਿੱਚ ਇਤਿਹਾਸ ਬਣ ਗਿਆ ਹੈ। ਇਤਿਹਾਸਕਾਰ ਨੇ ਭੀੜੀ ਗਲੀ ਦੀਆਂ ਪੁਰਾਣੀਆਂ ਤੇ ਨਵੀਆਂ ਤਸਵੀਰਾਂ ਦੀ ਇੱਕ ਜੋੜੀ ਵੀ ਟਵੀਟ ਕੀਤੀ ਹੈ, ਜਿੱਥੋਂ ਜਨਰਲ ਡਾਇਰ ਐਂਟਰ ਹੋਇਆ ਸੀ ਤੇ ਉਸਨੇ ਲੋਕਾਂ ਦੇ ਉੱਤੇ ਗੋਲੀ ਚਲਾਉਣ ਦਾ ਹੁਕਮ ਦਿੱਤਾ ਸੀ। ਇਸ ਦੇ ਵਿਰੋਧ ਵਿੱਚ ਯੂਕੇ ਤੋਂ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਵੀ ਟਵੀਟ ਕੀਤਾ ਹੈ ਕਿ ਸਾਡਾ ਇਤਿਹਾਸ ਮਿਟਾਇਆ ਜਾ ਰਿਹਾ ਹੈ, ਆਖਿਰ ਕਿਉਂ। ਉੱਘੇ ਇਤਿਹਾਸਕਾਰ ਇਰਫਾਨ ਹਬੀਬ ਤੇ ਗੁਰਮੀਤ ਰਾਏ ਨੇ ਵੀ ਬਾਗ ਦੀਆਂ ਹਾਲੀਆਂ ਰਚਨਾਵਾਂ ਨੂੰ ਸੁੰਦਰੀਕਰਨ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਹੈ, ਨਾ ਕਿ ਸਾਂਭ ਸੰਭਾਲ ਜਾਂ ਬਹਾਲੀ ਦੇ ਰੂਪ ਵਿੱਚ। ਉਹਨਾਂ ਨੇ ਇਤਿਹਾਸਿਕ ਬਾਗ ਦੇ ਆਧੁਨਿਕੀਕਰਨ ਨੂੰ ਲੈ ਕੇ ਜਿਹੜੀ ਬੜੀ ਚਿੰਤਾ ਜ਼ਾਹਿਰ ਕੀਤੀ ਹੈ ਤੇ ਲੋਕ ਵੀ ਲਗਾਤਾਰ ਚਿੰਤਾ ਪ੍ਰਗਟਾ ਰਹੇ ਨੇ। ਲੋਕਾਂ ਦਾ ਇਹੀ ਇਲਜ਼ਾਮ ਹੈ ਕਿ ਮੋਦੀ ਸਰਕਾਰ ਨੇ ਜਾਣ-ਬੁੱਝ ਕੇ ਇਤਿਹਾਸ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਜੋ ਬਾਗ ਦੀਆਂ ਤਸਵੀਰਾਂ ਨਵੀਨੀਕਰਨ ਤੋਂ ਬਾਅਦ ਸਾਹਮਣੇ ਆ ਰਹੀਆਂ ਨੇ, ਉਹ ਸੱਚਮੁੱਚ ਬੜੀਆਂ ਚਕਾਚੌਂਧ ਕਰਨ ਵਾਲੀਆਂ ਤਸਵੀਰਾਂ ਨੇ, ਰੌਸ਼ਨੀਆਂ ਦੇ ਨਾਲ ਲਿਪਟੀਆਂ ਹੋਈਆਂ ਤਸਵੀਰਾਂ ਨੇ, ਚਮਕ ਦਮਕ ਵਾਲੀਆਂ ਤਸਵੀਰਾਂ ਨੇ। ਤੇ ਜਲਿਆਂਵਾਲੇ ਬਾਗ ਦਾ ਇਤਿਹਾਸ ਹੈ ਜਿਹੜਾ ਬੜਾ ਸੋਗਮਈ ਹੈ, ਜਿੱਥੇ ਸੈਂਕੜੇ ਨਹੀਂ ਹਜ਼ਾਰਾਂ ਲੋਕ ਕਤਲ ਕਰ ਦਿੱਤੇ ਗਏ ਸੀ, ਨਿਹੱਥੇ ਲੋਕ, ਬੇਦੋਸ਼ੇ ਲੋਕ ਕਤਲ ਕਰ ਦਿੱਤੇ ਗਏ ਸੀ। ਤੇ ਅਜਿਹੀਆਂ ਥਾਵਾਂ ਨੇ ਜਿਹੜੀਆਂ ਉਹ ਸ਼ਾਂਤ ਅਤੇ ਸੋਗਮਈ ਹੀ ਚੰਗੀਆਂ ਲੱਗਦੀਆਂ ਨੇ ਤੇ ਉਹਨਾਂ ਵਿੱਚੋਂ ਤਾਂ ਹੀ ਇਤਿਹਾਸ ਦੀ ਖੁਸ਼ਬੂ ਹੈ ਜਿਹੜੀ ਉਹ ਆ ਸਕਦੀ ਹੈ। ਲਖਨਊ ਦੀ ਇੱਕ ਟਰੈਵਲਰ ਲਾਜਵੰਤੀ, ਜਿਸ ਦੇ ਦਾਦਾ ਦਾਦੀ ਵੰਡ ਸਮੇਂ ਸਿੰਧ ਤੋਂ ਪ੍ਰਵਾਸ ਕਰ ਗਏ ਸੀ, ਉਸਨੇ ਵੀ ਕਿਹਾ ਕਿ ਮੈਂ ਇਸ ਸੁੰਦਰ ਪਾਰਕ ਨੂੰ ਦੇਖ ਕੇ ਹੈਰਾਨ ਸੀ। ਇਹ ਉਸ ਤੋਂ ਬਿਲਕੁਲ ਵੱਖਰਾ ਹੈ ਜੋ 1973 ਵਿੱਚ ਆਪਣੀ ਪਿਛਲੀ ਫੇਰੀ ਦੌਰਾਨ ਮੈਂ ਦੇਖਿਆ ਸੀ। ਉਹ ਪਾਰਕ ਜ਼ਿਆਦਾ ਮਿੱਟੀ ਵਾਲਾ ਸੀ ਤੇ ਸੌਖਾ ਸੀ ਤੇ ਸਾਦਾ ਸੀ। ਹਰੀਸ਼ ਰਾਵਤ ਦੇ ਵੱਲੋਂ ਜਿਹੜੇ ਆਪਣੇ ਪ੍ਰਧਾਨਾਂ ਦੀ ਤੁਲਨਾ 5 ਪਿਆਰਿਆਂ ਦੇ ਨਾਲ ਕੀਤੀ ਗਈ ਹੈ, ਉਸ ਦਾ ਵਿਰੋਧ ਹੈ ਜਿਹੜਾ ਨਹੀਂ ਰੁਕ ਰਿਹਾ। ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਜਿੱਥੇ ਹਰੀਸ਼ ਰਾਵਤ ਨੂੰ ਮਾਫੀ ਨਹੀਂ ਦਿੱਤੀ, ਉੱਥੇ ਹੀ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਨੇ ਵੀ ਹਰੀਸ਼ ਰਾਵਤ ਵੱਲੋਂ ਕੀਤੀ ਟਿੱਪਣੀ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕੀਤੀ ਹੈ। ਜਥੇਦਾਰ ਨੇ ਕਿਹਾ ਕਿ ਇਹਨਾਂ ਲੀਡਰਾਂ ਨੂੰ ਭਾਸ਼ਾ ਬੋਲਦੇ ਵਕਤ ਬਹੁਤ ਧਿਆਨ ਰੱਖਣਾ ਚਾਹੀਦਾ ਹੈ, ਸੰਜਮ ਦੇ ਨਾਲ ਭਾਸ਼ਾ ਜਿਹੜੀ ਉਹ ਵਰਤਣੀ ਚਾਹੀਦੀ ਹੈ। ਆਮ ਤੌਰ ਤੇ ਕਹਿੰਦੇ ਵੇਖਣ ਚ ਆਉਂਦਾ ਹੈ ਕਿ ਸਿਆਸੀ ਲੋਕ ਆਪਣੀ ਭਾਸ਼ਾ ਸੰਜਮ ਦੇ ਨਾਲ ਨਹੀਂ ਵਰਤਦੇ। ਜਿਹੜੇ ਸ਼ਬਦ ਧਰਮ ਨਾਲ ਸੰਬੰਧਿਤ ਨੇ ਉਹਨਾਂ ਸ਼ਬਦਾਂ ਨੂੰ ਵਰਤਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਤੇ ਜੇ ਉਹਨਾਂ ਨੂੰ ਸ਼ਬਦਾਂ ਬਾਰੇ ਪਤਾ ਨਹੀਂ ਹੁੰਦਾ ਕਿ ਇਹਨਾਂ ਸ਼ਬਦਾਂ ਦੀ ਵਰਤੋਂ ਕਿੱਥੇ ਕਰਨੀ ਹੈ ਤਾਂ ਉਹ ਸ਼ਬਦ ਦੀ ਵਰਤੋਂ ਕਰਿਆ ਹੀ ਨਾ ਕਰਨ। ਜਥੇਦਾਰ ਨੇ ਕਿਹਾ ਕਿ ਦੁਨਿਆਵੀ ਵਿਅਕਤੀਆਂ ਦੀ ਤੁਲਨਾ 5 ਪਿਆਰਿਆਂ ਦੇ ਨਾਲ ਕਰਨਾ ਬਹੁਤ ਮੰਦਭਾਗਾ ਹੈ। ਨਾਲ ਹੀ ਜਥੇਦਾਰ ਨੇ ਇਹ ਵੀ ਕਿਹਾ ਸਿਆਸੀ ਲੀਡਰਾਂ ਨੂੰ ਕਿ ਜਿਹੜੇ ਸਿਆਸੀ ਲੀਡਰ ਆਪਣੇ ਭਾਸ਼ਣਾਂ ਦੇ ਵਿੱਚ ਗੁਰਬਾਣੀ ਦਾ ਇਸਤੇਮਾਲ ਕਰਦੇ ਨੇ, ਜੇ ਉਹਨਾਂ ਨੂੰ ਗੁਰਬਾਣੀ ਸ਼ੁੱਧ ਨਹੀਂ ਪੜ੍ਹਨੀ ਆਉਂਦੀ ਤਾਂ ਵਰਤਿਆ ਨਾ ਕਰਨ। ਇਹ ਬਹੁਤ ਹੀ ਮੰਦਭਾਗਾ ਹੈ। ਪੋਲੀਟੀਕਲ ਜਿਹੜੇ ਲੀਡਰਸ ਨੇ ਇਹਨਾਂ ਨੂੰ ਭਾਸ਼ਾ ਬੋਲਦੇ ਵਕਤ, ਭਾਸ਼ਾ ਇਸਤੇਮਾਲ ਕਰਦੇ ਵਕਤ ਬਹੁਤ ਧਿਆਨ ਰੱਖਣ ਦੀ ਜ਼ਰੂਰਤ ਹੈ। ਸੰਜਮ ਦੇ ਨਾਲ ਭਾਸ਼ਾ ਵਰਤੀ ਜਾਏ
ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ। ਪਰ ਆਮ ਤੌਰ ਦੇ ਉੱਤੇ ਦੇਖਣ ਵਿੱਚ ਆਉਂਦਾ ਹੈ ਕਿ ਰਾਜਨੀਤਿਕ ਲੋਕ ਜਿਹੜੇ ਨੇ ਉਹ ਆਪਣੀ ਭਾਸ਼ਾ ਜਿਹੜੀ ਹੈ ਉਹ ਸੰਜਮ ਦੇ ਨਾਲ ਨਹੀਂ ਵਰਤਦੇ। ਖਾਸ ਤੌਰ ਦੇ ਉੱਤੇ ਜਿਹੜੇ ਸ਼ਬਦ ਧਰਮ ਦੇ ਨਾਲ ਸੰਬੰਧਿਤ ਨੇ ਔਰ ਸਮਾਜ ਦੇ ਵਿੱਚ ਧਰਮਾਂ ਦੇ ਵਿੱਚ ਸਤਿਕਾਰੇ ਜਾਂਦੇ ਨੇ, ਉਹਨਾਂ ਸ਼ਬਦਾਂ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਜੇ ਪਤਾ ਨਹੀਂ ਹੈ ਕਿ ਕਿੱਥੇ ਵਰਤੋਂ ਕਰਨੀ ਹੈ, ਕਿੱਥੋਂ ਵਰਤੋਂ ਨਹੀਂ ਕਰਨੀ, ਤਾਂ ਇਹਨਾਂ ਸ਼ਬਦਾਂ ਨੂੰ ਵਰਤੋਂ ਨੂੰ ਗੁਰੇਜ਼ ਕਰਨਾ ਚਾਹੀਦਾ ਹੈ। ਬਹੁਤ ਹੀ ਮੰਦਭਾਗਾ ਹੈ ਸੰਸਾਰੀ ਵਿਅਕਤੀਆਂ ਦੀ ਤੁਲਨਾ, ਦੁਨਿਆਵੀ ਵਿਅਕਤੀਆਂ ਦੀ ਤੁਲਨਾ ਜਿਹੜੀ ਹੈ ਉਹ ਪੰਜ ਪਿਆਰੇ ਸਾਹਿਬਾਨ ਦੇ ਨਾਲ ਕਰਨਾ। ਮੈਂ ਸਮਝਦਾ ਕਿ ਉਹਨਾਂ ਨੂੰ ਇਸ ਗੱਲ ਦੀ ਜਿਹੜੀ ਆ ਉਹ ਮਾਫੀ ਮੰਗਣੀ ਚਾਹੀਦੀ ਹੈ ਸਮੁੱਚੇ ਸਿੱਖ ਜਗਤ ਦੇ ਕੋਲੋਂ। ਰੋਪੜ ਦੀ ਇੱਕ ਅਦਾਲਤ ਦੇ ਬਾਹਰ ਉਸ ਵਕਤ ਹੰਗਾਮਾ ਹੋ ਗਿਆ ਸੀ ਜਦੋਂ ਘਰੋਂ ਭੱਜ ਕੇ ਵਿਆਹ ਕਰਵਾਉਣ ਵਾਲਾ ਮੁੰਡਾ ਕੁੜੀ ਪ੍ਰੋਟੈਕਸ਼ਨ ਲੈਣ ਦੇ ਲਈ ਸਿੱਧਾ ਅਦਾਲਤ ਪਹੁੰਚ ਗਏ। ਇਸ ਮੌਕੇ ਕੁੜੀ ਦਾ ਪਿਓ ਵੀ ਪਰਿਵਾਰ ਸਮੇਤ ਅਦਾਲਤ ਪਹੁੰਚਿਆ ਤੇ ਹੰਗਾਮਾ ਹੋ ਗਿਆ। ਲੜਕੀ ਦੇ ਪਿਓ ਨੇ ਵਕੀਲ ਉੱਤੇ ਧੱਕੇ ਨਾਲ ਵਿਆਹ ਕਰਵਾਉਣ ਦੇ ਇਲਜ਼ਾਮ ਲਾਏ ਤੇ ਆਪਣੀ ਧੀ ਨੂੰ ਮੁੰਡੇ ਦੇ ਚੁੰਗਲ 'ਚੋਂ ਛੁਡਵਾਉਣ ਦੀ ਮੰਗ ਕੀਤੀ। ਇਸ ਦੌਰਾਨ ਕੋਰਟ ਕੰਪਲੈਕਸ ਵਿੱਚ ਲੜਕੀ ਤੇ ਲੜਕੇ ਨਾਲ ਕੁੜੀ ਦੇ ਪਿਓ ਦੀ ਖਿੱਚ ਧੂਵੀ ਹੋਈ। ਹੈਰਾਨੀ ਦੀ ਗੱਲ ਹੈ ਕਿ ਕੋਰਟ ਵਿੱਚ ਕੁੜੀ ਦਾ ਪਿਓ ਨਿਆਂ ਲਈ ਰੌਲਾ ਪਾਉਂਦਾ ਰਿਹਾ ਪਰ ਕਿਸੇ ਨੇ ਵੀ ਮਦਦ ਲਈ ਹੱਥ ਨਹੀਂ ਫੜਿਆ। ਲੜਕਾ ਲੜਕੀ ਮੁੜ ਜੱਜ ਮੂਹਰੇ ਪੇਸ਼ ਹੋਏ ਤੇ ਇਸ ਦੌਰਾਨ ਧੀ ਦੇ ਪਿਓ ਨੂੰ ਉਲਟਾ ਪਰਿਵਾਰ ਸਮੇਤ ਹਿਰਾਸਤ ਵਿੱਚ ਲੈ ਲਿਆ ਗਿਆ। ਧੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਵਿਆਹ ਕਰਵਾਉਣ ਵਾਲਾ ਲੜਕਾ ਘਰ ਦੇ ਸਾਹਮਣੇ ਹੀ ਰਹਿੰਦਾ ਹੈ, ਲੜਕੀ ਨਾਬਾਲਿਗ ਹੈ, ਮਾਨਸਿਕ ਤੌਰ ਤੇ ਪਰੇਸ਼ਾਨ ਹੈ ਤੇ ਉਸਨੇ ਧੱਕੇ ਨਾਲ ਸਾਡੀ ਧੀ ਨਾਲ ਵਿਆਹ ਕੀਤਾ ਤੇ ਇਹਦੇ ਵਿੱਚ ਵਕੀਲ ਸ਼ਾਮਿਲ ਹੈ। ਜਦਕਿ ਵਕੀਲ ਦਾ ਕਹਿਣਾ ਹੈ ਕਿ ਮੁੰਡਾ ਤੇ ਕੁੜੀ ਲੀਗਲ ਕਾਗਜ਼ਾਂ ਦੇ ਨਾਲ ਕੋਰਟ ਦੇ ਵਿੱਚ ਪ੍ਰੋਟੈਕਸ਼ਨ ਲੈਣ ਲਈ ਆਏ ਸੀ ਤੇ ਕੋਰਟ ਨੇ ਗ੍ਰਾਂਟ ਕਰਕੇ ਪੁਲਿਸ ਨੂੰ ਡਾਇਰੈਕਸ਼ਨ ਦਿੱਤੀ ਹੈ। ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਵੱਖ-ਵੱਖ ਵਜ਼ੀਫਾ ਸਕੀਮਾਂ ਦੇ ਅਧੀਨ ਅਪਲਾਈ ਕਰਨ ਦੀ ਆਖਰੀ ਮਿਤੀ ਦੇ ਵਿੱਚ 16 ਸਤੰਬਰ ਤੱਕ ਵਾਧਾ ਕਰ ਦਿੱਤਾ ਹੈ। ਯਾਨੀ ਕਿ ਪੰਜਾਬ ਦੇ ਵਿੱਚ ਜਿਹੜੇ ਵੀ ਵਿਦਿਆਰਥੀ ਵਜ਼ੀਫਾ ਲੈਣ ਦੇ ਹੱਕਦਾਰ ਨੇ ਉਹ ਹੁਣ 16 ਸਤੰਬਰ ਤੱਕ ਅਪਲਾਈ ਕਰ ਸਕਦੇ ਨੇ। ਉੱਘੇ ਟੀਵੀ ਕਲਾਕਾਰ ਤੇ ਬਿਗ ਬੌਸ ਦੇ ਜੇਤੂ ਸਿਧਾਰਥ ਸ਼ੁਕਲਾ ਦੀ ਮੌਤ ਹੋ ਗਈ। 40 ਸਾਲਾ ਅਦਾਕਾਰ ਦੀ ਵੀਰਵਾਰ ਸਵੇਰੇ ਮੌਤ ਹੋਈ। ਉਸਦੇ ਪਰਿਵਾਰ ਵਿੱਚ ਮਾਂ ਤੇ 2 ਭੈਣਾਂ ਨੇ। ਜੂਹੂ ਦੇ ਕੂਪਰ ਹਸਪਤਾਲ ਦੇ ਪ੍ਰਬੰਧਕਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ ਪਰ ਮੌਤ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ। ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਕੁਝ ਪਤਾ ਲੱਗ ਸਕੇਗਾ। ਤੇ ਸਿਧਾਰਥ ਸ਼ੁਕਲਾ ਦੇ ਅਚਾਨਕ ਮੌਤ ਕਾਰਨ ਪੂਰੀ ਇੰਡਸਟਰੀ ਸਦਮੇ ਦੇ ਵਿੱਚ ਹੈ। ਖਬਰ ਸੁਣ ਕੇ ਹਰ ਕੋਈ ਹੈਰਾਨ ਹੈ। ਸੋਸ਼ਲ ਮੀਡੀਆ ਤੇ तमाम ਸਿਤਾਰੇ ਤੇ ਫੈਨਸ ਦੁੱਖ ਜ਼ਾਹਿਰ ਕਰ ਰਹੇ ਨੇ ਤੇ ਪਰਿਵਾਰ ਨਾਲ ਹਮਦਰਦੀ ਪ੍ਰਗਟਾ ਰਹੇ ਨੇ। ਇਸ ਦਰਮਿਆਨ ਰਾਹੁਲ ਗਾਂਧੀ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਫੇਸਬੁੱਕ ਪੋਸਟ ਹੈ ਜਿਹੜੀ ਉਹ ਸਾਂਝੀ ਕੀਤੀ ਹੈ। ਲਿਖਿਆ ਕਿ ਸਿਧਾਰਥ ਸ਼ੁਕਲਾ ਦੇ ਪਰਿਵਾਰ, ਦੋਸਤਾਂ ਤੇ ਫੈਨਸ ਪ੍ਰਤੀ ਮੇਰੀ ਹਮਦਰਦੀ ਹੈ। ਛੋਟੀ ਉਮਰ ਦੇ ਵਿੱਚ ਅਦਾਕਾਰ ਦੀ ਮੌਤ ਦੀ ਖਬਰ ਨਾਲ ਪੂਰੇ ਦੇਸ਼ ਵਿੱਚ ਸਦਮੇ ਦੀ ਲਹਿਰ ਹੈ। ਕਿਸਾਨਾਂ ਦੇ ਨਾਲ ਜੁੜੀ ਅਹਿਮ ਖਬਰ ਹੈ ਕਿ ਭਾਰਤੀ ਖੇਤੀ ਖੋਜ ਸੰਸਥਾਨ ਯਾਨੀ ਕਿ IARI ਨੇ 3 ਸਾਲਾਂ ਦੇ ਵਿੱਚ ਪੰਜਾਬ, ਹਰਿਆਣਾ ਦੇ ਵਿੱਚ ਪਰਾਲੀ ਸਾੜਨ ਦੀ ਸਮੱਸਿਆ ਨੂੰ ਖਤਮ ਕਰਨ ਦੇ ਲਈ ਪੂਸਾ ਡੀਕੰਪੋਜ਼ਰ ਦੀ ਖੋਜ ਕੀਤੀ ਹੈ। ਇਸ ਨੂੰ ਈਜਾਦ ਕੀਤਾ ਹੈ ਤੇ ਆਉਂਦੀਆਂ ਸਰਦੀਆਂ ਦੇ ਵਿੱਚ ਪ੍ਰਦੂਸ਼ਣ ਰੋਕਣ ਦੇ ਲਈ ਇਹ ਸਹਾਈ ਸਿੱਧ ਹੋ ਸਕਦਾ ਹੈ ਕਿਉਂਕਿ ਅਕਤੂਬਰ-ਨਵੰਬਰ ਦੇ ਵਿੱਚ ਵਾਹੀ ਤੋਂ ਬਾਅਦ ਦੇ ਸਮੇਂ ਦੌਰਾਨ ਕਿਸਾਨ ਆਪਣੇ ਝੋਨੇ ਦੀ ਪਰਾਲੀ ਜਿਹੜੀ ਹੈ ਉਸ ਨੂੰ ਬਿਲੇ ਲਾਉਂਦੇ ਨੇ ਜਾਂ ਫਿਰ ਸਾੜ ਕੇ ਜਾਂ ਫਿਰ ਹੋਰ ਤਰੀਕਿਆਂ ਦੇ ਨਾਲ। ਤੇ ਪੂਸਾ ਡੀਕੰਪੋਜ਼ਰ ਇੱਕ ਬਾਇਓ ਐਂਜ਼ਾਈਮ ਹੈ ਜਿਸ ਨੂੰ ਭਾਰਤੀ ਖੇਤੀ ਖੋਜ ਸੰਸਥਾਨ ਦੇ ਵੱਲੋਂ ਪਰਾਲੀ ਨਾਲ ਨਜਿੱਠਣ ਦੇ ਲਈ ਵਿਕਸਿਤ ਕੀਤਾ ਗਿਆ ਹੈ। ਝੋਨੇ ਦੀ ਪਰਾਲੀ ਦਾ ਪ੍ਰਬੰਧਨ ਕਰਨ ਦੇ ਲਈ ਇੱਕ ਕੰਪਨੀ ਦੇ ਨਾਲ ਪੰਜਾਬ ਤੇ ਹਰਿਆਣਾ ਦੇ 25,000 ਤੋਂ ਵੱਧ ਕਿਸਾਨਾਂ ਨੇ, ਜਿਨ੍ਹਾਂ ਦੇ ਅਧੀਨ 5 ਲੱਖ ਏਕੜ ਤੋਂ ਵੱਧ ਰਕਬਾ ਹੈ, ਉਹਨਾਂ ਨੇ ਕੰਪਨੀ ਦੇ ਨਾਲ ਗੱਠਜੋੜ ਕੀਤਾ ਹੈ। ਤਾਲਿਬਾਨ ਦੇ ਅਫਗਾਨਿਸਤਾਨ ਤੇ ਪੂਰੀ ਤਰ੍ਹਾਂ ਕਬਜ਼ੇ ਤੋਂ ਬਾਅਦ ਉੱਥੋਂ ਅਸਥਾਈ ਤੌਰ ਤੇ ਬੰਦ ਹੋਇਆ ਸੁੱਕੇ ਮੇਵਿਆਂ ਦਾ ਕਾਰੋਬਾਰ ਅੰਮ੍ਰਿਤਸਰ ਦੀ ਅਟਾਰੀ ਵਾਘਾ ਸਰਹੱਦ ਅਧਿਕਾਰਿਤ ਚੈੱਕ ਪੋਸਟ ਤੇ ਮੁੜ ਸ਼ੁਰੂ ਹੋ ਗਿਆ। ਹਾਲਾਂਕਿ ਦਰਾਮਦਕਾਰ ਘਬਰਾਏ ਹੋਏ ਨੇ ਤੇ ਪੂਰਨ ਰੂਪ ਨਾਲ ਵਪਾਰ ਸ਼ੁਰੂ ਕਰਨ ਦੀ ਸਥਿਤੀ ਆਮ ਹੋਣ ਦੀ ਉਡੀਕ ਕਰ ਰਹੇ ਨੇ। ਅਫਗਾਨੀ ਡਰਾਈ ਪੋਰਟ ਤੋਂ ਕਾਫੀ ਮਾਤਰਾ ਵਿੱਚ ਸੁੱਕੇ ਮੇਵੇ ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਭਾਰਤ ਵਿੱਚ ਪਹੁੰਚਣ ਦੀ ਉਮੀਦ ਹੈ। ਤੇ ਹੁਣ ਪਟਿਆਲਾ ਤੋਂ ਤੁਹਾਨੂੰ ਇੱਕ ਹੈਰਾਨੀਜਨਕ ਖਬਰ ਦੱਸਦੇ ਹਾਂ ਜਿੱਥੇ ਪੁਲਿਸ ਨੇ ਇੱਕ ਲੁਟੇਰੀ ਲਾੜੀ ਸਣੇ 4 ਲੋਕਾਂ ਨੂੰ ਗ੍ਰਿਫਤਾਰ ਕੀਤਾ। ਲੁਟੇਰੀ ਲਾੜੀ 8 ਵਿਆਹ ਕਰਕੇ ਆਪਣੇ ਸਹੁਰਿਆਂ ਦੇ ਗਹਿਣੇ ਤੇ ਨਕਦੀ ਲੈ ਕੇ ਭੱਜ ਗਈ ਸੀ। ਲਾੜੀ ਨੂੰ ਲੈ ਕੇ ਹੋਏ ਖੁਲਾਸਿਆਂ ਨੇ ਪੁਲਿਸ ਦੇ ਵੀ ਹੋਸ਼ ਉਡਾ ਦਿੱਤੇ ਨੇ। ਹਫ਼ਤਾ ਪਹਿਲਾਂ ਫੜੀ ਗਈ ਲੁਟੇਰਨ ਲਾੜੀ ਦਾ ਪੁਲਿਸ ਨੇ HIV ਜਾਂਚ ਕਰਵਾਇਆ ਜਿਸ ਵਿੱਚ ਇਹ HIV ਪੋਜ਼ਿਟਿਵ ਆਈ ਹੈ ਤੇ ਹੁਣ ਪੁਲਿਸ ਉਸ ਨਾਲ ਵਿਆਹ ਕਰਵਾਉਣ ਵਾਲੇ ਸਾਰੇ ਲਾੜਿਆਂ ਦੀ ਵੀ ਜਾਂਚ ਕਰਵਾਏਗੀ। ਇਹ ਕੁੜੀ ਆਪਣੇ 3 ਸਾਥੀਆਂ ਦੇ ਨਾਲ ਗਿਰੋਹ ਬਣਾ ਕੇ ਨੌਜਵਾਨਾਂ ਨੂੰ ਫਸਾਉਂਦੀ ਸੀ। ਵਿਆਹ ਤੋਂ ਬਾਅਦ ਇਹ ਕੁੜੀ ਕੁੱਟਮਾਰ ਤੇ ਦਾਜ ਮੰਗਣ ਦਾ ਦੋਸ਼ ਲਾ ਕੇ ਝਗੜਾ ਕਰਦੀ ਸੀ, ਪੰਚਾਇਤ ਸੱਦ ਲੈਂਦੀ ਸੀ। ਰਾਜ਼ੀਨਾਮੇ ਤੋਂ ਬਾਅਦ ਮੌਕਾ ਦੇਖ ਕੇ ਸਹੁਰੇ ਪਰਿਵਾਰ ਦੇ ਗਹਿਣੇ ਤੇ ਨਕਦੀ ਲੈ ਕੇ ਭੱਜ ਜਾਂਦੀ ਸੀ। ਇਸ ਕੰਮ ਵਿੱਚ ਉਸਦੀ ਮਾਂ ਵੀ ਉਸਦਾ ਸਾਥ ਦਿੰਦੀ ਸੀ। ਠੱਗੇ ਗਏ 8 ਵਿੱਚੋਂ 3 ਨੌਜਵਾਨ ਹਰਿਆਣਾ ਦੇ ਵੀ ਨੇ।
ਪਟਿਆਲਾ ਦੇ ਜੁਲਕਾ ਇਲਾਕੇ ਦੇ ਵਿੱਚ 9ਵੇਂ ਲਾੜੇ ਦੀ ਭਾਲ ਕਰਦਿਆਂ ਇਹ ਕੁੜੀ ਫੜੀ ਗਈ। ਜਿੱਥੇ ਵੀ ਉਸਨੇ ਵਿਆਹ ਕੀਤਾ ਉੱਥੇ ਸੁਹਾਗਰਾਤ ਤੋਂ ਬਾਅਦ 1 ਹਫ਼ਤਾ ਰਹਿ ਕੇ ਉਹ ਭੱਜ ਜਾਂਦੀ ਸੀ ਤੇ ਇਹ ਲਾੜੀ ਹਰਿਆਣਾ ਦੇ ਕੈਥਲ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਉਮਰ ਸਿਰਫ 30 ਸਾਲ ਹੈ। ਮੁਲਜ਼ਮ ਔਰਤ ਦਾ ਅਸਲੀ ਵਿਆਹ 2010 ਵਿੱਚ ਪਟਿਆਲੇ ਹੋਇਆ ਸੀ, ਜਿਸ ਤੋਂ ਬਾਅਦ ਉਸਦੇ 3 ਬੱਚੇ ਵੀ ਹੋਏ ਤੇ ਉਹਨਾਂ ਦੀ ਉਮਰ 7 ਤੋਂ 9 ਸਾਲ ਦੇ ਵਿਚਕਾਰ ਹੈ, ਸਾਰੇ ਬੱਚਿਆਂ ਦੀ ਉਮਰ। ਉਸ ਤੋਂ ਬਾਅਦ ਪਤੀ ਜਿਹੜਾ ਇਸ ਦਾ ਗਾਇਬ ਹੋ ਗਿਆ ਤੇ ਲਾੜੀ ਨੇ ਪਤੀ ਤੋਂ ਤਲਾਕ ਵੀ ਨਹੀਂ ਲਿਆ। 4 ਸਾਲ ਪਹਿਲਾਂ ਫਿਰ ਉਸਨੇ ਲੁੱਟ ਦਾ ਧੰਦਾ ਸ਼ੁਰੂ ਕਰ ਦਿੱਤਾ। ਪੰਜਾਬ ਤੇ ਹਰਿਆਣਾ ਦੇ ਕੁਆਰੇ, ਤਲਾਕਸ਼ੁਦਾ ਜਾਂ ਜਿਨ੍ਹਾਂ ਦੀ ਪਤਨੀਆਂ ਦੀ ਮੌਤ ਹੋ ਚੁੱਕੀ ਸੀ ਉਹਨਾਂ ਨੌਜਵਾਨਾਂ ਨੂੰ ਇਹ ਠੱਗਦੀ ਸੀ, ਨਿਸ਼ਾਨਾ ਬਣਾਉਂਦੀ ਸੀ ਤੇ ਹੁਣ 8ਵੇਂ ਵਿਆਹ ਤੋਂ ਬਾਅਦ 9ਵਾਂ ਵਿਆਹ ਕਰਨ ਦੀ ਤਿਆਰੀ ਵਿੱਚ ਸੀ। ਆਪਣੇ ਗਿਰੋਹ ਦੇ ਮੈਂਬਰਾਂ ਨਾਲ ਦੇਵੀਗੜ੍ਹ ਪਹੁੰਚੀ ਹੋਈ ਸੀ ਤੇ ਇਹ ਸਾਰੇ ਜੁਲਕਾ ਥਾਣਾ ਪੁਲਿਸ ਦੇ ਹੱਥੇ ਚੜ ਗਏ। ਅਫਗਾਨਿਸਤਾਨ ਦੇ ਨਾਲ ਜੁੜੀਆਂ ਅੱਜ ਦੀਆਂ ਅਹਿਮ ਅਪਡੇਟਸ ਨੇ। ਸਭ ਤੋਂ ਵੱਡੀ ਖਬਰ ਇਹ ਹੈ ਕਿ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਅੱਜ ਆਪਣੀ ਨਵੀਂ ਸਰਕਾਰ ਦਾ ਐਲਾਨ ਕਰ ਸਕਦਾ ਹੈ। ਤਾਲਿਬਾਨ ਦੇ ਸੀਨੀਅਰ ਲੀਡਰ ਅਹਿਮਦੁੱਲਾ ਮੁਤਕੀ ਨੇ ਸੋਸ਼ਲ ਮੀਡੀਆ ਤੇ ਜਾਣਕਾਰੀ ਦਿੱਤੀ ਹੈ ਕਿ ਰਾਸ਼ਟਰਪਤੀ ਭਵਨ ਦੇ ਵਿੱਚ ਇੱਕ ਸਮਾਗਮ ਦੀ ਤਿਆਰੀ ਹੋ ਰਹੀ ਹੈ, ਇੱਕ ਸਮਾਰੋਹ ਦੀ ਤਿਆਰੀ ਹੋ ਰਹੀ ਹੈ। ਪਿਛਲੇ ਦਿਨੀ ਖਬਰ ਏਜੰਸੀ ਰਾਇਟਰਸ ਨੂੰ ਵੀ ਤਾਲਿਬਾਨ ਨੇ ਦੱਸਿਆ ਸੀ ਕਿ ਤਾਲਿਬਾਨ ਦੇ ਸੀਨੀਅਰ ਲੀਡਰ ਮੁੱਲਾ ਹਿਬਤੁੱਲਾ ਅਖੁੰਦਜ਼ਾਦਾ ਦੀ ਅਗਵਾਈ ਵਿੱਚ ਇੱਕ ਸ਼ਾਸਕੀ ਪ੍ਰੀਸ਼ਦ ਦਾ ਗਠਨ ਹੋ ਸਕਦਾ ਹੈ, ਜਿਸ ਦੇ ਮੁਖੀ ਰਾਸ਼ਟਰਪਤੀ ਹੋਣਗੇ। ਮੁੱਲਾ ਹਿਬਤੁੱਲਾ ਦੇ 3 ਉਪ ਲੀਡਰ ਨੇ ਜਿਹੜੇ ਤਾਲਿਬਾਨ ਸੰਸਥਾਪਕ ਮੁੱਲਾ ਉਮਰ ਦੇ ਪੁੱਤਰ ਮੌਲਵੀ ਯਾਕੂਬ, ਸ਼ਕਤੀਸ਼ਾਲੀ ਹੱਕਾਨੀ ਨੈਟਵਰਕ ਦੇ ਮੁਖੀ ਸਿਰਾਜੁਦੀਨ ਹੱਕਾਨੀ ਅਤੇ ਤਾਲਿਬਾਨ ਦੇ ਮੋਢੀ ਮੈਂਬਰਾਂ ਦੇ ਵਿੱਚੋਂ ਇੱਕ ਅਬਦੁਲ ਗਨੀ ਬਰਾਦਰ ਹੈ। ਤਾਲਿਬਾਨ ਨੇ ਪਿਛਲੀ ਵਾਰੀ 1996 ਤੋਂ 2001 ਤੱਕ ਦੇ ਆਪਣੇ ਰਾਜ ਵਿੱਚ ਅਜਿਹੀ ਇੱਕ ਪ੍ਰੀਸ਼ਦ ਦੇ ਸਹਾਰੇ ਰਾਜ ਕੀਤਾ ਸੀ ਜੋ ਚੁਣੀ ਨਹੀਂ ਗਈ ਸੀ। ਇਸ ਤਰ੍ਹਾਂ ਹੀ ਉਸ ਦਾ ਗਠਨ ਹੋਇਆ ਸੀ। ਉਦੋਂ ਤਾਲਿਬਾਨ ਸਰਕਾਰ ਨੇ ਬੇਰਹਿਮੀ ਨਾਲ ਅਫਗਾਨਿਸਤਾਨ ਦੇ ਵਿੱਚ ਸ਼ਰੀਅਤ ਕਾਨੂੰਨਾਂ ਨੂੰ ਲਾਗੂ ਕਰਵਾਇਆ ਸੀ। 2001 ਵਿੱਚ ਅਮਰੀਕੀ ਅਗਵਾਈ ਵਿੱਚ ਗੱਠਜੋੜ ਫੌਜ ਦੇ ਅਫਗਾਨਿਸਤਾਨ ਤੇ ਹਮਲੇ ਤੋਂ ਬਾਅਦ ਤਾਲਿਬਾਨ ਨੂੰ ਸੱਤਾ ਤੋਂ ਬਾਹਰ ਕਰ ਦਿੱਤਾ ਗਿਆ ਸੀ ਤੇ ਹੁਣ 20 ਸਾਲਾਂ ਬਾਅਦ ਤਾਲਿਬਾਨ ਨੇ ਫਿਰ ਤੋਂ ਅਫਗਾਨਿਸਤਾਨ ਤੇ ਆਪਣਾ ਕਬਜ਼ਾ ਕੀਤਾ ਹੈ ਅਤੇ ਉਸ ਦੇ ਵੱਡੇ ਲੀਡਰ ਨੇ, ਜਿਹੜੇ ਜ਼ਿਆਦਾਤਰ ਲੀਡਰ ਨੇ, ਉਹ ਅਫਗਾਨਿਸਤਾਨ ਦੇ ਵਿੱਚ ਪਰਤ ਚੁੱਕੇ ਨੇ। ਉਧਰ ਅਮਰੀਕਾ ਤੋਂ ਬਿਆਨ ਆਉਂਦਾ ਹੈ ਵਾਈਟ ਹਾਊਸ ਤੋਂ। ਵਾਈਟ ਹਾਊਸ ਨੇ ਕਿਹਾ ਹੈ ਕਿ ਅਮਰੀਕਾ ਜਾਂ ਕਿਸੇ ਹੋਰ ਦੇਸ਼ ਨੂੰ ਤਾਲਿਬਾਨ ਨੂੰ ਮਾਨਤਾ ਦੇਣ ਦੀ ਕੋਈ ਜਲਦਬਾਜ਼ੀ ਨਹੀਂ ਹੈ, ਕਿਉਂਕਿ ਇਹ ਕਦਮ ਪੂਰੀ ਤਰ੍ਹਾਂ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਤਾਲਿਬਾਨ ਵਿਸ਼ਵ ਭਾਈਚਾਰੇ ਦੀਆਂ ਉਮੀਦਾਂ ਤੇ ਕਿੰਨਾ ਕੁ ਖਰਾ ਉਤਰਦਾ ਹੈ। ਇਸੇ ਦਰਮਿਆਨ ਇੱਕ ਸੀਨੀਅਰ ਅਮਰੀਕੀ ਜਰਨੈਲ ਨੇ ਤਾਲਿਬਾਨ ਨੂੰ ਇੱਕ ਬਹੁਤ ਹੀ ਬੇਰਹਿਮੀ ਵਾਲਾ ਗਰੁੱਪ ਦੱਸਿਆ ਹੈ ਤੇ ਕਿਹਾ ਹੈ ਕਿ ਸਪਸ਼ਟ ਨਹੀਂ ਹੈ ਕਿ ਤਾਲਿਬਾਨ ਬਦਲਣਗੇ ਜਾਂ ਫਿਰ ਨਹੀਂ। ਜਰਨਲ ਮਾਰਕ ਮਿਲੇ ਨੇ ਕਿਹਾ ਕਿ ਹਾਲਾਂਕਿ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਅਮਰੀਕਾ ਭਵਿੱਖ ਦੇ ਵਿੱਚ ਕੱਟੜਪੰਥੀ ਵਿਰੋਧੀ ਮੁਹਿੰਮਾਂ ਦੇ ਲਈ ਇਸਲਾਮੀ ਕੱਟੜਪੰਥੀਆਂ ਦੇ ਨਾਲ ਕੋਆਰਡੀਨੇਟ ਕਰੇ। ਤੇ ਇਹਨਾਂ ਖਬਰਾਂ ਦੇ ਦਰਮਿਆਨ ਹੀ ਸਾਬਕਾ ਅਮਰੀਕੀ ਡਿਪਲੋਮੈਟ ਨਿੱਕੀ ਹੈਲੀ ਨੇ ਅਫਗਾਨਿਸਤਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਚੀਨ ਬਗਰਾਮ 에ਅਰ ਫੋਰਸ ਬੇਸ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ। ਸੰਯੁਕਤ ਰਾਸ਼ਟਰ ਦੇ ਵਿੱਚ ਅਮਰੀਕੀ ਰਾਜਦੂਤ ਨਿੱਕੀ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਅਫਗਾਨਿਸਤਾਨ ਦੇ ਵਿੱਚੋਂ ਫੌਜਾਂ ਨੂੰ ਜਲਦੀ ਕਢਵਾਉਣ ਨਾਲ ਅਮਰੀਕੀ ਸਹਿਯੋਗੀਆਂ ਦਾ ਵਿਸ਼ਵਾਸ ਗੁਆ ਦਿੱਤਾ ਹੈ। ਤੇ UNO ਦੇ ਵਿੱਚ ਨਿੱਕੀ ਹੈਲੀ ਨੇ ਚੀਨ, ਪਾਕਿਸਤਾਨ ਅਤੇ ਭਾਰਤ ਦੇ ਮੁੱਦੇ ਤੇ ਵੀ ਚੇਤਾਵਨੀ ਜਾਰੀ ਕਰਦੇ ਹੋਏ ਕਿਹਾ ਕਿ ਅਮਰੀਕੀ ਸਰਕਾਰ ਨੂੰ ਚੀਨ ਤੇ ਨਜ਼ਰ ਰੱਖਣ ਦੀ ਲੋੜ ਹੈ ਤੇ ਅਫਗਾਨਿਸਤਾਨ ਦੇ ਬਗਰਾਮ 에ਅਰਬੇਸ ਤੇ ਤਾਂ ਚੀਨ ਕਬਜ਼ਾ ਕਰ ਸਕਦਾ ਹੈ। ਉਧਰ ਅਫਗਾਨਿਸਤਾਨ ਦੇ ਸਾਬਕਾ ਉਪ ਰਾਸ਼ਟਰਪਤੀ ਅਮਰੁੱਲਾ ਸਾਲੇਹ ਨੇ ਕਿਹਾ ਕਿ ਪੰਜਸ਼ੀਰ ਦੇ ਵਿੱਚ ਤਾਲਿਬਾਨ ਦਾ ਵਿਰੋਧ ਇਸੇ ਤਰ੍ਹਾਂ ਜਾਰੀ ਰਹੇਗਾ ਤੇ ਅਸੀਂ ਸਾਰੇ ਅਫਗਾਨੀ ਲੋਕਾਂ ਦੇ ਹੱਕ ਦੀ ਰੱਖਿਆ ਕਰਾਂਗੇ। ਸਾਲੇਹ ਨੇ ਫੇਸਬੁੱਕ ਤੇ ਤਾਲਿਬਾਨ ਤੇ ਪ੍ਰਤੀਕਿਰਿਆ ਹੈਡਰ ਦੇ ਨਾਲ ਇੱਕ ਪੋਸਟ ਲਿਖੀ ਹੈ। ਉਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਸਾਡਾ ਵਿਰੋਧ ਸਾਰੇ ਅਫਗਾਨੀ ਨਾਗਰਿਕਾਂ ਦੇ ਅਧਿਕਾਰਾਂ ਦੀ ਰੱਖਿਆ ਕਰਨਾ ਹੈ ਤੇ ਅਫਗਾਨੀ ਲੋਕਾਂ ਦੇ ਵਿਰੋਧੀ ਪੰਜਸ਼ੀਰ ਦੇ ਵਿੱਚ ਨਹੀਂ ਹਨ, ਪਰ ਉਹ ਸਿਰਫ ਪੰਜਸ਼ੀਰ ਦੇ ਲਈ ਵਿਰੋਧ ਨਹੀਂ ਕਰ ਰਹੇ, ਉਹ ਪੂਰੇ ਅਫਗਾਨਿਸਤਾਨ ਦੇ ਲਈ ਵਿਰੋਧ ਕਰ ਰਹੇ ਨੇ ਤਾਲਿਬਾਨ ਦਾ। ਅਮਰੁੱਲਾ ਨੇ ਕਿਹਾ ਕਿ ਅੱਜ ਪੰਜਸ਼ੀਰ ਘਾਟੀ ਸਾਰੇ ਦੇਸ਼ ਦੀ ਮੇਜ਼ਬਾਨੀ ਕਰ ਰਹੀ ਹੈ ਤੇ ਸਾਰੇ ਅਫਗਾਨੀ ਲੋਕਾਂ ਦੇ ਲਈ ਇੱਕ ਉਮੀਦ ਹੈ ਜਿਹੜੇ ਕਿ ਤਾਲਿਬਾਨ ਤੋਂ ਇਸ ਦੇਸ਼ ਨੂੰ ਬਚਾਉਣਾ ਚਾਹੁੰਦੇ ਨੇ। ਬਦਲਾ, ਗੁੱਸਾ, ਲੋਕਾਂ ਦੀਆਂ ਸੰਪਤੀਆਂ ਦੇ ਉੱਤੇ ਜਿਹੜੇ ਕਬਜ਼ੇ ਤੁਸੀਂ ਕੀਤੇ ਨੇ ਅਤੇ ਤੁਹਾਡੀ ਕਾਲੀ ਸੋਚ ਹੈ, ਉਸ ਤੋਂ ਸਾਰਾ ਦੇਸ਼ ਅੱਜ ਬਚਣਾ ਚਾਹੁੰਦਾ ਹੈ। ਉਹਨਾਂ ਨੇ ਤਾਲਿਬਾਨ ਨੂੰ ਸਵਾਲ ਵੀ ਕੀਤਾ ਹੈ ਕਿ ਜੇ ਦੇਸ਼ ਤੁਹਾਡੇ ਤੇ ਥੋੜਾ ਵੀ ਭਰੋਸਾ ਕਰਦਾ ਹੈ ਤਾਂ ਸਰਹੱਦ ਤੇ ਕਿਉਂ ਲੋਕਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਜੋ ਆਪਣਾ ਸਭ ਕੁਝ ਇੱਥੇ ਛੱਡ ਕੇ ਬਾਹਰ ਜਾਣਾ ਚਾਹੁੰਦੇ ਨੇ ਪਰ ਤੁਹਾਡੇ ਕੰਟਰੋਲ ਦੇ ਵਿੱਚ ਨਹੀਂ ਰਹਿਣਾ ਚਾਹੁੰਦੇ। ਅਫਗਾਨਿਸਤਾਨ ਦੇ ਪਹਿਲੇ ਉਪ ਰਾਸ਼ਟਰਪਤੀ ਅਮਰੁੱਲਾ ਸਾਲੇਹ ਪੰਜਸ਼ੀਰ ਦੇ ਵਿੱਚ ਹੀ ਨੇ ਤੇ ਉਹਨਾਂ ਨੇ ਤਾਲਿਬਾਨ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਰੱਖੀ ਹੋਈ ਹੈ। ਉਹਨਾਂ ਨੇ ਆਪਣੇ ਆਪ ਨੂੰ ਨਿਗਰਾਨ ਰਾਸ਼ਟਰਪਤੀ ਵੀ ਐਲਾਨ ਦਿੱਤਾ ਤੇ ਕਿਹਾ ਕਿ ਅਸੀਂ ਤਾਲਿਬਾਨ ਦੇ ਨਾਲ ਗੱਲਬਾਤ ਜਾਂ ਸਮਝੌਤਾ ਨਹੀਂ ਕਰਾਂਗੇ। ਪੰਜਸ਼ੀਰ ਘਾਟੀ ਕਾਬੁਲ ਤੋਂ ਲਗਭਗ 50 ਕਿਲੋਮੀਟਰ ਦੀ ਦੂਰੀ ਤੇ ਹੈ ਤੇ ਉੱਥੇ ਪਹੁੰਚਣ ਦਾ ਰਸਤਾ ਵੀ ਬਹੁਤ ਤੰਗ ਹੈ।
ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਨੇ ਦਾਅਵਾ ਕੀਤਾ ਹੈ ਕਿ ਅਸੀਂ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਦਾ ਕਬਜ਼ਾ ਹੋਣ ਤੋਂ ਬਾਅਦ ਦੇਸ਼ ਛੱਡ ਕੇ ਜਾਣ ਵਾਲੇ ਲੋਕਾਂ ਵਿੱਚੋਂ 175 ਲੋਕਾਂ ਨੂੰ ਬਾਹਰ ਕੱਢਣ ਵਿੱਚ ਉਹਨਾਂ ਦੀ ਮਦਦ ਕੀਤੀ। ਕੰਪਨੀ ਨੇ ਕਿਹਾ ਕਿ ਸਾਡੇ ਸਟਾਫ ਮੈਂਬਰਾਂ ਸਮੇਤ ਕੁਝ ਅਫਗਾਨੀ ਵੀ ਮੈਕਸੀਕੋ ਸਿਟੀ ਜਾਣ ਵਾਲੇ ਜਹਾਜ਼ ਵਿੱਚ ਸਨ। ਮੈਕਸੀਕੋ ਦੀ ਸਰਕਾਰ ਨੇ ਵੀ ਪੁਸ਼ਟੀ ਕੀਤੀ ਹੈ ਕਿ ਇਸ ਫਲਾਈਟ ਦੇ ਵਿੱਚ ਜਿਹੜੇ ਉੱਥੋਂ ਦੇ ਕਾਰਕੁਨ ਹੈਗੇ ਨੇ ਅਤੇ ਜਿਹੜੇ ਆਜ਼ਾਦ ਪੱਤਰਕਾਰ ਨੇ ਉਹ ਸ਼ਾਮਿਲ ਸਨ। ਉਹਨਾਂ ਦੇ ਪਰਿਵਾਰ ਵੀ ਉਹਨਾਂ ਦੇ ਨਾਲ ਸਨ। ਕੁੱਲ ਮਿਲਾ ਕੇ 75 ਲੋਕ ਇਸ ਫਲਾਈਟ ਦੇ ਵਿੱਚ ਸਨ। ਫੇਸਬੁੱਕ ਦੇ ਬੁਲਾਰੇ ਨੇ ਕਿਹਾ ਕਿ ਇਹ ਉਹ ਲੋਕ ਸੀ ਜਿਨ੍ਹਾਂ ਦੀ ਜਾਨ ਨੂੰ ਅਫਗਾਨਿਸਤਾਨ ਦੇ ਵਿੱਚ ਖਤਰਾ ਸੀ। ਭਾਰਤ ਦੇ ਵਿੱਚ ਮਸ਼ਹੂਰ ਅਦਾਕਾਰ ਨਸੀਰੁਦੀਨ ਸ਼ਾਹ ਨੇ ਭਾਰਤੀ ਮੁਸਲਮਾਨਾਂ ਦੇ ਇੱਕ ਉਸ ਵਰਗ ਦੀ ਨਿੰਦਿਆ ਕੀਤੀ ਹੈ ਜੋ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਦੀ ਸੱਤਾ ਆਉਣ ਤੇ ਖੁਸ਼ੀਆਂ ਮਨਾ ਰਹੇ ਨੇ। ਉਹਨਾਂ ਨੇ ਕਿਹਾ ਕਿ ਇਹ ਚਿੰਤਾ ਦੀ ਗੱਲ ਹੈ। ਸ਼ਾਹ ਨੇ ਟਵਿੱਟਰ ਤੇ ਵੀਡੀਓ ਰਾਹੀਂ ਇਹ ਗੱਲ ਕਹੀ ਹੈ। ਕਿਹਾ ਕਿ ਹਰ ਭਾਰਤੀ ਮੁਸਲਮਾਨ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਉਹਨਾਂ ਨੂੰ ਆਪਣੇ ਧਰਮ ਦੇ ਵਿੱਚ ਸੁਧਾਰ ਅਤੇ ਆਧੁਨਿਕਤਾ ਚਾਹੀਦੀ ਹੈ ਜਾਂ ਫਿਰ ਜ਼ੁਲਮ ਦੀਆਂ ਰਵਾਇਤੀ ਕਦਰਾਂ ਕੀਮਤਾਂ। ਅਫਗਾਨਿਸਤਾਨ ਦੀ ਸੱਤਾ ਤੇ ਤਾਲਿਬਾਨ ਦਾ ਕਬਜ਼ਾ ਹੋਣਾ ਸਾਰੀ ਦੁਨੀਆ ਲਈ ਚਿੰਤਾ ਦਾ ਵਿਸ਼ਾ ਹੈ, ਪਰ ਭਾਰਤੀ ਮੁਸਲਮਾਨਾਂ ਦਾ ਇੱਕ ਵਰਗ ਖੁਸ਼ ਹੈ ਜਿਹੜੀ ਕਿ ਖਤਰਨਾਕ ਗੱਲ ਹੈ। ਅਫਗਾਨਿਸਤਾਨ ਦੀਆਂ ਅਪਡੇਟਸ ਦੇ ਨਾਲ ਕੁਝ ਹੋਰ ਅਹਿਮ ਖਬਰਾਂ ਨੇ ਪੂਰੀ ਦੁਨੀਆ ਤੋਂ। ਸੰਯੁਕਤ ਰਾਸ਼ਟਰ ਨੇ ਦੱਸਿਆ ਕਿ ਚੀਨ ਦੀ ਵੈਕਸੀਨ ਲੈਣ ਤੋਂ ਉੱਤਰੀ ਕੋਰੀਆ ਨੇ ਇਨਕਾਰ ਕਰ ਦਿੱਤਾ ਹੈ। ਉੱਤਰੀ ਕੋਰੀਆ ਦੀ ਸਰਕਾਰ ਨੇ ਕਿਹਾ ਕਿ ਸਾਨੂੰ ਦਿੱਤੀ ਜਾਣ ਵਾਲੀ ਲਗਭਗ 3 ਮਿਲੀਅਨ ਕੋਵਿਡ-19 ਦੀ ਵੈਕਸੀਨ ਕਿਤੇ ਹੋਰ ਲੋੜਵੰਦ ਮੁਲਕ ਨੂੰ ਦੇ ਦਿੱਤੀ ਜਾਵੇ। ਇਹ ਜਿਹੜੀ ਵੈਕਸੀਨ ਹੈ ਉਹ ਵਿਸ਼ਵ ਕੋਵੈਕਸ ਪ੍ਰੋਗਰਾਮ ਦੇ ਤਹਿਤ ਉੱਤਰ ਕੋਰੀਆ ਨੂੰ ਦਿੱਤੀ ਗਈ ਸੀ। ਇਹ ਚੀਨ ਦੇ ਵਿੱਚ ਬਣੀ ਸਿਨੋਵੈਕ ਵੈਕਸੀਨ ਸੀ। ਕੋਵੈਕਸ ਪ੍ਰੋਗਰਾਮ ਦਾ ਉਦੇਸ਼ ਦੁਨੀਆ ਦੇ ਗਰੀਬ ਮੁਲਕਾਂ ਨੂੰ ਵੈਕਸੀਨ ਦੀ ਸਪਲਾਈ ਕਰਨਾ ਹੈ। WHO ਦਾ ਕਹਿਣਾ ਹੈ ਕਿ 19 ਅਗਸਤ ਤੱਕ ਉੱਤਰੀ ਕੋਰੀਆ ਦੇ ਵਿੱਚ ਕੋਵਿਡ-19 ਦਾ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ। WHO ਨੇ ਬਿਆਨ ਹੈ ਜਿਹੜਾ ਉੱਤਰੀ ਕੋਰੀਆ ਦੀ ਸਰਕਾਰ ਦੇ ਦਾਅਵਿਆਂ ਤੇ ਆਧਾਰਿਤ ਦਿੱਤਾ ਹੈ ਤੇ ਪਹਿਲੀ ਵਾਰੀ ਨਹੀਂ ਹੈ ਜਦੋਂ ਉੱਤਰੀ ਕੋਰੀਆ ਨੇ ਵੈਕਸੀਨ ਲੈਣ ਤੋਂ ਇਨਕਾਰ ਕੀਤਾ ਹੈ। ਇਸ ਤੋਂ ਪਹਿਲਾਂ ਜੁਲਾਈ ਦੇ ਵਿੱਚ ਵੀ ਉੱਤਰੀ ਕੋਰੀਆ ਨੇ ਐਸਟਰਾਜ਼ੈਨੇਕਾ ਵੈਕਸੀਨ ਦੀ ਲਗਭਗ 2 ਮਿਲੀਅਨ ਖੁਰਾਕ ਦੀ ਸ਼ਿਪਮੈਂਟ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਚੀਨ ਤੋਂ ਖਬਰ ਹੈ ਜਿੱਥੇ ਜਬਰੀ ਓਵਰਟਾਈਮ ਕਰਵਾਉਣ ਵਾਲੀਆਂ ਕੰਪਨੀਆਂ ਨੂੰ ਤਾੜਨਾ ਕੀਤੀ ਹੈ। ਚੀਨ ਦੀਆਂ ਟੈਕ ਕੰਪਨੀਆਂ ਅਰਬਪਤੀ ਅਤੇ ਅਲੀਬਾਬਾ ਦੇ ਸੰਸਥਾਪਕ ਜੈਕ ਮਾ ਨੇ ਕੁਝ ਸਮਾਂ ਪਹਿਲਾਂ ਵਰਕ ਕਲਚਰ ਨੂੰ ਲੈ ਕੇ ਇੱਕ ਬਿਆਨ ਦਿੱਤਾ ਸੀ ਜਿਸ ਵਿੱਚ ਜੈਕ ਮਾ ਨੇ 996 ਵਰਕ ਕਲਚਰ ਦੀ ਵਕਾਲਤ ਕੀਤੀ ਸੀ ਤੇ 996 ਦਾ ਮਤਲਬ ਹੈ ਇੱਕ ਅਜਿਹਾ ਕੰਮ ਕਰਨ ਵਾਲਾ ਥਾਂ ਜਿੱਥੇ ਲੋਕ ਸਵੇਰੇ 9 ਵਜੇ ਤੋਂ ਲੈ ਕੇ ਰਾਤ ਨੂੰ 9 ਵਜੇ ਤੱਕ ਹਫ਼ਤੇ ਦੇ 6 ਦਿਨ ਕੰਮ ਕਰਨ, ਯਾਨੀ ਕਿ 996। ਪਰ ਹੁਣ ਚੀਨ ਦੇ ਅਧਿਕਾਰੀਆਂ ਨੇ ਕੰਪਨੀਆਂ ਨੂੰ ਸਖਤ ਚੇਤਾਵਨੀ ਜਾਰੀ ਕਰਦੇ ਹੋਏ ਇਸ ਤਰ੍ਹਾਂ ਦੇ ਸਜ਼ਾ ਵਰਗੇ ਵਰਕ ਸ਼ਡਿਊਲ ਨੂੰ ਗੈਰ ਕਾਨੂੰਨੀ ਦੱਸਿਆ। ਚੀਨ ਦੀ ਸਰਵਉੱਚ ਅਦਾਲਤ ਅਤੇ ਕਿਰਤ ਮੰਤਰਾਲੇ ਨੇ ਕਿਰਤ ਵਿਵਾਦਾਂ ਨਾਲ ਜੁੜੇ 10 ਅਦਾਲਤੀ ਫੈਸਲਿਆਂ ਨੂੰ ਵਿਸਥਾਰ ਦੇ ਨਾਲ ਵਿਚਾਰਿਆ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਵਿਵਾਦ ਉਹ ਸਨ ਜਿਨ੍ਹਾਂ ਦੇ ਵਿੱਚ ਕਾਮਿਆਂ ਨੂੰ ਓਵਰਟਾਈਮ ਕੰਮ ਕਰਨ ਦੇ ਲਈ ਮਜਬੂਰ ਕੀਤਾ ਗਿਆ ਸੀ, ਯਾਨੀ ਕਿ ਕੰਪਨੀਆਂ ਨੇ ਆਪਣੇ ਮੁਲਾਜ਼ਮਾਂ ਨੂੰ ਓਵਰਟਾਈਮ ਕੰਮ ਕਰਨ ਲਈ ਮਜਬੂਰ ਕੀਤਾ। ਇਹ ਮਾਮਲੇ ਕਿਸੇ ਇੱਕ ਖਾਸ ਸੈਕਟਰ ਦੇ ਨਹੀਂ ਸਨ। ਇਸ ਵਿੱਚ ਮੀਡੀਆ, ਕੰਸਟਰਕਸ਼ਨ ਵਰਗੇ ਕਈ ਜਿਹੜੇ ਸੈਕਟਰ ਨੇ ਉਹ ਸ਼ਾਮਿਲ ਸਨ, ਪਰ ਇਹਨਾਂ ਸਾਰਿਆਂ ਦੇ ਵਿੱਚ ਇੱਕ ਗੱਲ ਕਾਮਨ ਸੀ ਕਿ ਮਾਲਕ ਇਹਨਾਂ ਝਗੜਿਆਂ ਦੇ ਵਿੱਚ ਹਾਰ ਗਏ ਸੀ। ਨੋਟਿਸ ਦੇ ਵਿੱਚ ਅਦਾਲਤ ਨੇ ਚੇਤਾਵਨੀ ਦਿੱਤੀ ਹੈ ਕਿ ਕਾਨੂੰਨੀ ਤੌਰ ਤੇ ਕਾਮਿਆਂ ਨੂੰ ਸੰਬੰਧਿਤ ਮੁਆਵਜ਼ਾ, ਆਰਾਮ ਦਾ ਸਮਾਂ ਜਾਂ ਫਿਰ ਛੁੱਟੀਆਂ ਲੈਣ ਦਾ ਅਧਿਕਾਰ ਹੈ। ਕੌਮੀ ਤੌਰ ਤੇ ਤੈਅ ਕੰਮ ਦੇ ਘੰਟਿਆਂ ਦਾ ਪਾਲਣ ਕਰਨਾ ਮਾਲਕਾਂ ਦੀ ਜ਼ਿੰਮੇਵਾਰੀ ਹੈ। ਚੀਨ ਦੇ ਕਿਰਤ ਕਾਨੂੰਨਾਂ ਦੇ ਮੁਤਾਬਿਕ ਇੱਥੇ ਦਿਨ ਵਿੱਚ 8 ਘੰਟੇ ਤੇ ਹਫ਼ਤੇ ਵਿੱਚ ਵੱਧ ਤੋਂ ਵੱਧ 44 ਘੰਟੇ ਕੰਮ ਕਰਨ ਦੀ ਵਿਵਸਥਾ ਹੈ। ਜੇ ਕੋਈ ਇਸ ਤੋਂ ਵੱਧ ਕੰਮ ਕਰਵਾ ਰਿਹਾ ਹੈ ਤਾਂ ਇਸ ਦੀ ਵਾਧੂ ਤਨਖਾਹ ਦੇਣੀ ਜ਼ਰੂਰੀ ਹੈ, ਪਰ ਇਸ ਦੀ ਚੰਗੀ ਤਰ੍ਹਾਂ ਪਾਲਣਾ ਨਹੀਂ ਕੀਤੀ ਜਾ ਰਹੀ। ਅਮਰੀਕਾ ਤੋਂ ਇੱਕ ਵੱਡੀ ਖਬਰ ਹੈ ਜਿੱਥੇ ਪੂਰਬ ਉੱਤਰ ਤੱਟ ਤੇ ਭਾਰੀ ਮੀਂਹ ਅਤੇ ਤੂਫਾਨ ਤੋਂ ਬਾਅਦ ਅਚਾਨਕ ਆਏ ਹੜ੍ਹ ਕਾਰਨ ਘੱਟ ਤੋਂ ਘੱਟ 9 ਲੋਕਾਂ ਦੀ ਮੌਤ ਹੋ ਗਈ ਹੈ। ਸਥਾਨਕ ਮੀਡੀਆ ਦੇ ਮੁਤਾਬਿਕ ਨਿਊਯਾਰਕ ਅਤੇ ਨਿਊ ਜਰਸੀ ਦੇ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ। ਨਿਊਯਾਰਕ ਸਿਟੀ ਦੇ ਮੇਅਰ ਬਿਲ ਡੀ ਬਲਾਸੀਓ ਨੇ ਇਸ ਨੂੰ ਇੱਕ ਇਤਿਹਾਸਿਕ ਮੌਸਮੀ ਘਟਨਾ ਦੱਸਿਆ। ਅਮਰੀਕਾ ਦੀ ਕੌਮੀ ਮੌਸਮ ਸੇਵਾ ਦੇ ਨਿਊਯਾਰਕ ਸਿਟੀ, ਬਰੁਕਲਿਨ, ਕੀਨਸ ਅਤੇ ਲੌਂਗ ਆਈਲੈਂਡ ਦੇ ਕੁਝ ਹਿੱਸਿਆਂ ਵਿੱਚ ਹੜ੍ਹ ਦੀ ਐਮਰਜੈਂਸੀ ਐਲਾਨ ਦਿੱਤੀ ਗਈ ਹੈ। ਮੈਸਾਚੁਸੈਟਸ ਅਤੇ ਰੋਡ ਆਈਲੈਂਡ ਦੇ ਕੁਝ ਹਿੱਸਿਆਂ ਵਿੱਚ ਸਮੁੰਦਰੀ ਤੂਫਾਨ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ। ਨਿਊਯਾਰਕ ਦੇ ਮੰਨੇ-ਪ੍ਰਮੰਨੇ ਸੈਂਟਰਲ ਪਾਰਕ ਦੇ ਵਿੱਚ ਕੇਵਲ 1 ਘੰਟੇ ਦੇ ਅੰਦਰ 3 ਇੰਚ ਜਾਂ 8 ਸੈਂਟੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਸ਼ਹਿਰ ਦੀ ਜ਼ਮੀਨਦੋਜ਼ ਟ੍ਰੇਨ ਸੇਵਾ ਨੂੰ ਬੰਦ ਕਰ ਦਿੱਤਾ ਗਿਆ ਤੇ ਰਾਹਾਂ ਤੇ ਸੜਕਾਂ ਤੇ ਆਮ ਵਾਹਨਾਂ ਦੇ ਚੱਲਣ ਤੇ ਪਾਬੰਦੀ ਲਾ ਦਿੱਤੀ ਗਈ ਹੈ। ਨਿਊਯਾਰਕ ਅਤੇ ਨਿਊ ਜਰਸੀ ਤੋਂ ਕਈ ਉਡਾਣਾਂ ਤੇ ਰੇਲਾਂ ਨੂੰ ਰੱਦ ਕਰ ਦਿੱਤਾ ਗਿਆ। ਅਮਰੀਕਾ ਦੇ ਵਿੱਚ ਅਚਾਨਕ ਬਦਲੇ ਇਸ ਮੌਸਮ ਦਾ ਕਾਰਨ ਸਮੁੰਦਰੀ ਤੂਫਾਨ ਇਡਾ ਨੂੰ ਦੱਸਿਆ ਜਾ ਰਿਹਾ ਹੈ, ਜਿਸ ਦਾ ਬਚਿਆ ਹਿੱਸਾ ਇਹ ਅਸਰ ਦਿਖਾ ਰਿਹਾ ਹੈ। ਇਡਾ ਤੂਫਾਨ ਪਿਛਲੇ ਹਫ਼ਤੇ ਅਮਰੀਕਾ ਦੇ ਦੱਖਣੀ ਸੂਬੇ ਲੁਈਸਿਆਨਾ ਦੇ ਵਿੱਚ ਆਇਆ ਸੀ, ਜਿੱਥੇ ਉਸਨੇ ਭਾਰੀ ਤਬਾਹੀ ਮਚਾਈ ਸੀ।
ਸੋਸ਼ਲ ਮੀਡੀਆ ਤੇ ਕਈ ਵੀਡੀਓ ਵੀ ਪੋਸਟ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਦਿਖਾਈ ਦੇ ਰਿਹਾ ਹੈ ਕਿ ਪਾਣੀ ਕਿਵੇਂ ਲੋਕਾਂ ਦੇ ਘਰਾਂ ਦੇ ਵਿੱਚ ਦਾਖਲ ਹੋ ਰਿਹਾ ਹੈ। ਨਿਊਯਾਰਕ ਦੇ ਇੱਕ ਨਿਵਾਸੀ ਜਾਰਜ ਬੇਲੀ ਨੇ ਦੱਸਿਆ ਕਿ ਮੈਂ ਡਿਨਰ ਕਰ ਰਿਹਾ ਸੀ ਜਦੋਂ ਪਾਣੀ ਦੇ ਗੜਗੜਾਉਣ ਦੀ ਆਵਾਜ਼ ਆਈ। ਇਹ ਪਾਣੀ ਬਾਥਰੂਮ ਦੇ ਡਰੇਨੇਜ ਵਿੱਚੋਂ ਆ ਰਿਹਾ ਸੀ। ਜਦੋਂ ਮੈਂ ਦੂਸਰੇ ਕਮਰੇ ਦੇ ਵਿੱਚ ਪਾਣੀ ਦੀ ਮੇਨ ਲਾਈਨ ਚੈੱਕ ਕਰਨ ਗਿਆ ਤੇ ਵਾਪਸ ਪਰਤਿਆ, ਉਦੋਂ ਤੱਕ ਡਰਾਇੰਗ ਰੂਮ ਵਿੱਚ ਲਗਭਗ 1 ਫੁੱਟ ਤੱਕ ਪਾਣੀ ਭਰ ਚੁੱਕਿਆ ਸੀ। ਵਿਸ਼ਵਾਸ ਨਹੀਂ ਹੁੰਦਾ ਕਿ ਪਾਣੀ ਇੰਨੀ ਤੇਜ਼ੀ ਦੇ ਨਾਲ ਕਿਵੇਂ ਆਇਆ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ।